ਪਤਰਿਆ ਤੁਮਰੀ ਪ੍ਰਤੀਤਾ। ਪਾਵਨ ਸ਼ਬਦ ਜਿਸ ਦਾ ਆਪ ਸੰਗਤਾਂ ਨੇ ਪਾਠ ਸਰਵਣ ਕੀਤਾ ਹੈ। ਬਿਲਾਵਲ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਚਨਾ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 815 ਅੰਗ ਤੇ ਦਰਜ, ਜਿਸ ਦੀਆਂ ਆਪਾਂ ਨੇ ਅੱਜ ਵਿਚਾਰਾਂ ਸਰਵਣ ਕਰਨੀਆਂ ਨੇ, ਜੋ ਅੱਜ ਦੀ ਲੜੀ ਦੇ ਅੰਦਰ ਪਰੋਤਾ ਜਾਣਾ ਹੈ। ਕਵਨ ਕਵਨ ਦਾ ਅਰਥ ਹੈ ਕਿਹੜਾ ਕਿਹੜਾ, ਨਹੀਂ ਦਾ ਅਰਥ ਹੈ ਨਹੀਂ, ਪਤਰਿਆ ਦਾ ਅਰਥ ਹੈ ਗਰਕ ਹੋ ਜਾਣਾ, ਬੁਰਾਈਆਂ ਦੇ ਖਾਤੇ ਦੇ ਵਿੱਚ ਡਿੱਗ ਪੈਣਾ, ਕੁਰੈਤੀਆ ਹੋ ਜਾਣਾ। ਤੁਮਰੀ ਤੇਰੀ ਪ੍ਰਤੀਤ ਦਾ ਅਰਥ ਹੈ ਯਕੀਨ ਕਰਕੇ। ਇਸ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਨੇ ਮਨ ਨੂੰ ਸੁਬੋਧਿਤ ਕਰਦਿਆਂ ਹੋਇਆਂ ਸਾਨੂੰ ਸਮਝਾਇਆ ਹੈ ਕਿ ਜਿਹੜਾ ਵੀ ਪ੍ਰਾਣੀ ਮਨ ਦੇ ਉੱਤੇ ਯਕੀਨ ਕਰਦਾ ਹੈ ਉਹ ਪਤਿਤ ਹੋ ਜਾਂਦਾ ਹੈ। ਪਤਰਿਆ ਦਾ ਅਰਥ ਹੈ ਪਤਿਤ ਹੋਣਾ, ਪਤਰਿਆ ਦਾ ਅਰਥ ਹੈ ਕਰੈਤੀਆ ਹੋ ਜਾਣਾ, ਪਤਿਤ ਦਾ ਅਰਥ ਹੈ ਬੁਰਾਈਆਂ ਦੇ ਖਾਤੇ ਖੂਹ ਦੇ ਵਿੱਚ ਡਿੱਗ ਪੈਣਾ, ਲਿਪੜ ਜਾਣਾ। ਮਨ ਦੀ ਸਾਧਨਾ ਧਰਮ ਦੀ ਸਾਧਨਾ ਹੈ। ਮਮਾ ਮਨ ਸੋ ਕਾਜ ਹੈ, ਮਨ ਸਾਧੇ ਸਿੱਧ ਹੋਏ। ਧੰਨ ਗੁਰਬਾਣੀ ਦੇ ਅੰਦਰ ਗੁਰੂ ਜੀ ਰਹਿਮਤ ਕਰਦੇ ਨੇ, ਮਮਾ ਮਨ ਸੋ ਕਾਜ ਹੈ। ਸਾਡਾ ਇਹ ਮਨੁੱਖਾ ਜੀਵਨ ਹੈ, ਜਿਹੜਾ ਸਾਡਾ ਜਿਹੜਾ ਵੀ ਕਰਮ ਹੈ, ਜਿਹੜਾ ਵੀ ਕੰਮ ਹੈ, ਉਹ ਮਨ ਦੇ ਨਾਲ ਹੀ ਹੈ। ਮਨ ਸਾਧ ਸਿੱਧ ਹੋਏ। ਜੇ ਅਸੀਂ ਮਨ ਨੂੰ ਸਾਧ ਲੈਂਦੇ ਹਾਂ ਤੇ ਸਿੱਧ ਪੁਰਸ਼ ਦੀ ਪਦਵੀ ਹੈ ਜਿਹੜੀ ਉਹ ਸਾਨੂੰ ਪ੍ਰਾਪਤ ਹੁੰਦੀ ਹੈ। ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਮਨ ਦਾ ਵਿਸ਼ਾ ਹੈ, ਮਨ ਦਾ ਸੁਬਜੈਕਟ ਹੈ, ਸਰੀਰ ਦਾ ਨਹੀਂ। ਜੇ ਅਸੀਂ ਸਰੀਰ ਕਰਕੇ ਭੁੱਖੇ ਰਵਾਂਗੇ, ਮਨ ਜਿਹੜਾ ਹੈ ਉਹ ਵਿਕਾਰਾਂ ਬੁਰਾਈਆਂ ਦੇ ਵਾਲੇ ਪਾਸੇ ਤੁਰਿਆ ਰਹੇਗਾ, ਤੇ ਫਿਰ ਇਸ ਨੂੰ ਨਖਿੱਧ ਕਰਮ ਆਖਿਆ ਗਿਆ। ਉਹ ਕਰਮ ਜਿੰਦੇ ਤੋਂ ਖੇਦ ਤਾਂ ਪ੍ਰਾਪਤ ਹੋਇਆ, ਪਰ ਦੁੱਖ ਤਾਂ ਮਿਲਿਆ, ਪਰ ਪ੍ਰਾਪਤੀ ਸੁਖ ਵਾਲੀ ਕੋਈ ਨਹੀਂ ਹੋਈ। ਜਿਵੇਂ ਕੋਈ ਧੁੱਪ ਦੇ ਵਿੱਚ ਬੈਠਾ ਹੋਵੇ, ਧੁੱਪ ਦੇ ਵਿੱਚ ਬੈਠ ਕੇ ਇਹ ਆਖੇ ਵੀ ਮੈਂ ਉਦੋਂ ਤੱਕ ਇਸ ਤਰ੍ਹਾਂ ਧੁੱਪ ਦੇ ਵਿੱਚ ਧੁੱਪ ਸੇਕਦਾ ਰਹਾਂਗਾ ਜਦੋਂ ਤੱਕ ਪਰਮਾਤਮਾ ਦੀ ਪ੍ਰਾਪਤੀ ਨਾ ਹੋਵੇ। ਇਹ ਸਰੀਰ ਨੂੰ ਕਸ਼ਟ ਦੇਣਾ ਹੈ। ਸੋ ਹੋਵੇ ਜੀਆ ਆਪਣਾ ਕੀਆ। ਆਸਾ ਜੀ ਦੀ ਵਾਰ ਦੇ ਅੰਦਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਨੂੰ ਇਹੀ ਦੱਸਿਆ ਬਈ ਤੈਨੂੰ ਕਿਹਨੇ ਆਖਿਆ ਸੀ ਤੂੰ ਨੰਗੇ ਪੈਰੀ ਰਹਿ, ਤੂੰ ਆਪਣੇ ਮਨ ਦੇ ਆਖੇ ਲੱਗ ਕੇ ਹੀ ਨੰਗੇ ਪੈਰੀ ਰਹਿਣ ਲੱਗ ਗਿਆ। ਤੈਨੂੰ ਕਿਹਨੇ ਕਿਹਾ ਸੀ ਤੂੰ ਸਰੀਰ ਦੇ ਉੱਤੇ ਵਸਤਰ ਨਾ ਧਾਰਨ ਕਰ, ਤੂੰ ਆਪਣੇ ਮਨ ਦੇ ਆਖੇ ਲੱਗ ਕੇ ਹੀ ਵਸਤਰਾਂ ਦਾ ਤਿਆਗ ਕਰ ਦਿੱਤਾ। ਤੈਨੂੰ ਕਿਹਨੇ ਆਖਿਆ ਸੀ ਤੂੰ ਭੁੱਖਾ ਰਹਿ, ਪ੍ਰਸ਼ਾਦਾ ਪਾਣੀ ਛੱਡ ਦੇ, ਤੂੰ ਆਪਣੇ ਮਨ ਦੇ ਆਖੇ ਲੱਗ ਕੇ ਹੀ ਇਸ ਨਖਿੱਧ ਕਰਮ ਦੇ ਨਾਲ ਜੁੜ ਗਿਆ। ਸੋ ਹੋਵੇ ਜੀਆ ਆਪਣਾ ਕੀਆ। ਇਹ ਤੂੰ ਆਪ ਹੀ ਚੁਣਿਆ, ਆਪ ਹੀ ਕੀਤਾ, ਤੇ ਹੁਣ ਇਸ ਦੁੱਖ ਨੂੰ ਵੀ ਤੂੰ ਹੀ ਸਹਾਰਨਾ ਕਰ। ਪਰ ਇਸ ਦੁੱਖ ਦੇ ਸਹਾਰਨ ਦੇ ਨਾਲ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ, ਵਾਹਿਗੁਰੂ ਪ੍ਰਾਪਤ ਨਹੀਂ ਹੋਏਗਾ। ਪਰਮਾਤਮਾ ਦੀ ਪ੍ਰਾਪਤੀ ਦਾ ਜੋ ਸਾਧਨ ਹੈ ਉਹ ਮਨ ਹੈ। ਮਨ ਮੈਂ ਆਪ ਮਨ ਆਪਣੇ ਮਾਹੇ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੈ, ਮਨ ਮੈਂ ਆਪ ਮਨ ਆਪਣੇ ਮਾਹੇ। ਇਹ ਜੀਵ ਜੇ ਤੂੰ ਆਪ ਮਨ ਦੇ ਵਿੱਚ ਸਮਾ ਜਾਵੇਂ ਤੇ ਮਨ ਜਿਹੜਾ ਉਹ ਤੇਰੇ ਵਿੱਚ ਸਮਾਇਆ ਹੋਵੇ, ਇਹਨੂੰ ਕਹਿੰਦੇ ਨੇ ਇਕਾਗਰ ਹੋ ਜਾਣਾ, ਇਕਾਗਰ ਬਿਰਤੀ। ਤੇ ਫਿਰ ਤੈਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋਏਗੀ। ਅੱਜ ਦੇ ਸ਼ਬਦ ਦੇ ਅੰਦਰ ਧੰਨ ਗੁਰੂ ਜੀ ਨੇ ਰਹਿਮਤ ਕੀਤੀ ਹੈ, ਸਾਨੂੰ ਦੱਸਿਆ ਵੀ ਪ੍ਰਤੀਤ, ਜਿਸ ਨੇ ਮਨ ਦੀ ਪ੍ਰਤੀਤ ਕਰ ਲਈਏ, ਉਹ ਇਸ ਮਨ ਦੇ ਪ੍ਰਤੀਤ ਕਰਕੇ, ਮਨ ਤੇ ਯਕੀਨ ਕਰਕੇ, ਮਨ ਦੇ ਆਖੇ ਲੱਗ ਕੇ ਪਤਰਿਆ, ਉਹ ਵਿਕਾਰਾਂ ਦੇ ਵਿੱਚ ਗਿਰ ਗਿਆ, ਉਹ ਬੁਰਾਈਆਂ ਦੇ ਵਿੱਚ ਗਿਰ ਗਿਆ। ਕਵਨ ਕਵਨ ਕਿਹੜਾ ਕਿਹੜਾ,
ਭਾਵ ਗਿਣ ਕੇ ਨਹੀਂ ਦੱਸਿਆ ਜਾ ਸਕਦਾ। ਕਵਣ ਕਵਣ ਦਾ ਅਰਥ ਹੈ ਕਿਹੜਾ ਕਿਹੜਾ, ਜਿਹਨੂੰ ਗਿਣ ਕੇ ਨਾ ਦੱਸਿਆ ਜਾ ਸਕੇ। ਕਵਣ ਕਵਣ ਨਹੀਂ ਪਤਰਿਆ, ਆ ਪੁਰਾਣੇ ਦੇਵਤੇ ਹੋਏ ਨੇ, ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਦੇਵੀ ਗੁਣਾਂ ਵਾਲੇ ਸਨ, ਦੇਵਤੇ ਸਨ, ਪਰ ਮਨ ਜਿਹੜਾ ਹੈ ਇਹ ਵਸ ਵਿੱਚ ਨਾ ਹੋਣ ਕਰਕੇ ਤੇ ਆਪਣਾ ਜਿਹੜਾ ਜੀਵਨ ਹੈ ਉਹਨੂੰ ਕਲੰਕ ਲਾ ਗਏ ਨੇ। ਤੁਮਰੀ ਪ੍ਰਤੀਤ ਹੈ ਮਨ, ਜਿਸ ਨੇ ਵੀ ਤੇਰੇ ਤੇ ਯਕੀਨ ਕੀਤਾ, ਜਿਸ ਨੇ ਵੀ ਤੇਰੇ ਤੇ ਭਰੋਸਾ ਕਰ ਲਿਆ ਹੈ, ਉਹ ਜਿਹੜਾ ਹੈ ਉਹ ਇਸ ਸੰਸਾਰ ਦੇ ਅੰਦਰ ਬੁਰਾਈਆਂ ਤੋਂ ਵਿਕਾਰਾਂ ਤੋਂ ਨਹੀਂ ਬਚ ਸਕਿਆ ਹੈ ਜੀ। ਮਹਾ ਮੋਹਣੀ ਮੋਹਿਆ ਨਰਕ ਕੀ ਰੀਤ। ਦੂਸਰੀ ਤੁਕ ਦੇ ਅੰਦਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਪਹਿਲੀ ਤੁਕ ਦਾ ਖੁਲਾਸਾ ਕਰਦੇ ਨੇ। ਮਹਾ ਮੋਹਣੀ, ਮਹਾ ਦਾ ਅਰਥ ਹੁੰਦਾ ਵੱਡੀ, ਮੋਹਣੀ ਦਾ ਅਰਥ ਹੁੰਦਾ ਸਾਨੂੰ ਮੋਹ ਲੈਣ ਵਾਲੀ, ਮੋਹਿਆ। ਸਭ ਤੋਂ ਵੱਡੀ ਮੋਹਣ ਵਾਲੀ ਮਾਇਆ ਨੇ ਸਾਨੂੰ ਮੋਹ ਲਿਆ। ਨਰਕ ਕੀ ਰੀਤ, ਰੀਤ ਦਾ ਅਰਥ ਹੁੰਦਾ ਮਰਿਆਦਾ, ਰੀਤ ਦਾ ਅਰਥ ਹੁੰਦਾ ਨਿਯਮ। ਕੁਝ ਇਸ ਤਰ੍ਹਾਂ ਦੇ ਨਿਯਮ ਨੇ, ਕੁਝ ਇਸ ਤਰ੍ਹਾਂ ਦੀਆਂ ਮਰਿਆਦਾ ਨੇ ਜਿਨ੍ਹਾਂ 'ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫਲ ਕਰ ਲੈਂਦੇ ਹਾਂ, ਨਰਕ ਤੋਂ ਬਚ ਜਾਂਦੇ ਹਾਂ। ਪਰ ਕੁਝ ਇਸ ਤਰ੍ਹਾਂ ਦੇ ਨਿਯਮ ਨੇ, ਇਸ ਤਰ੍ਹਾਂ ਦੇ ਰੂਲ ਨੇ ਜਿਨ੍ਹਾਂ ਦੇ ਉੱਤੇ ਚੱਲ ਕੇ ਸਾਨੂੰ ਕੇਵਲ ਨਰਕ ਹੀ ਪ੍ਰਾਪਤ ਹੁੰਦੀ ਹੈ। ਮਹਾ ਮੋਹਣੀ ਮੋਹਿਆ, ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ। ਇਸ ਮਨ ਨੂੰ ਵੱਡੀ ਮੋਹ ਲੈਣ ਵਾਲੀ ਮਾਇਆ ਨੇ ਮੋਹ ਰੱਖਿਆ ਏ। ਨਰਕ ਕੀ ਰੀਤ, ਇਹ ਉਹ ਮਰਿਆਦਾ ਹੈ, ਇਹ ਉਹ ਰੀਤੀ ਹੈ, ਇਹ ਉਹ ਨਿਯਮ ਹੈ। ਭਾਵ ਇਹ ਉਸ ਰਸਤੇ ਤੇ ਚੱਲ ਪਿਆ ਜਿਸ ਦੇ ਨਾਲ ਇਹ ਨਰਕਾਂ ਦੇ ਵਿੱਚ ਲੈ ਕੇ ਜਾਵੇਗਾ ਜੀ। ਮਨ ਫੁਟਹਾਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਅੱਗੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਮਨ ਨੂੰ ਖੁਟਹਰ ਦੱਸਦੇ ਨੇ। ਖੁਟਹਰ ਦਾ ਅਰਥ ਹੁੰਦਾ ਖੋਟੇ ਕਰਮ ਕਰਨ ਵਾਲਾ, ਖੁਟਿਆਈ ਕਰਨ ਵਾਲਾ, ਜਿੰਦੇ ਵਿੱਚ ਔਗਣ ਹੀ ਔਗਣ ਹੋਣ। ਜਿਵੇਂ ਬੱਚਾ ਖੁਸ਼ ਹੋਵੇ ਤੇ ਇਹ ਮਸਤੀ ਕਰਨ ਲੱਗ ਜਾਵੇ, ਪਰ ਇਹਦੇ ਨਾਲ ਜਦੋਂ ਖਰ ਸ਼ਬਦ ਲੱਗ ਜਾਂਦਾ ਨਾ, ਖਰਮਸਤੀ, ਉਹ ਫਿਰ ਮਸਤੀ ਦੇ ਉਲਟ ਹੋ ਜਾਂਦਾ। ਖਰ ਦਾ ਅਰਥ ਹੁੰਦਾ ਗਧਾ। ਹੁਣ ਗਧਾ ਜਦੋਂ ਮਸਤ ਹੁੰਦਾ ਫਿਰ ਉਹ ਟੀਟਨੇ ਮਾਰਦਾ ਹੈ। ਜਦੋਂ ਬੱਚੇ ਕਰਦੇ ਨੇ ਅਸੀਂ ਫਿਰ ਕਹਿ ਦਿੰਦੇ ਹਾਂ ਤੁਸੀਂ ਖਰਮਸਤੀ ਕਰ ਰਹੇ ਹੋ, ਭਾਵ ਉਹ ਕੰਮ ਕਰ ਰਹੇ ਹੋ ਜੋ ਗਧੇ ਕਰ ਰਹੇ ਨੇ। ਇਸੇ ਤਰ੍ਹਾਂ ਖੁੱਟ ਦਾ ਅਰਥ ਹੈ ਖੁਟਿਆਈ ਤੇ ਹਰ, ਖੁਟਹਰ, ਖੋਟਾ ਕੰਮ ਕਰਨਾ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਵਿਸਾਸ ਦਾ ਅਰਥ ਹੈ ਭਰੋਸਾ, ਵਿਸ਼ਵਾਸ। ਇਹ ਮੇਰੇ ਮਨਾ, ਤੂੰ ਖਟਿਆਈ ਵਾਲਾ ਹੈ, ਖੋਟੇ ਕਰਮ ਕਰਨ ਵਾਲਾ ਹੈ, ਇਸ ਵਾਸਤੇ ਤੇਰਾ ਕੋਈ ਵਿਸ਼ਵਾਸ ਨਹੀਂ, ਤੇਰਾ ਭਰੋਸਾ ਨਹੀਂ। ਤੂੰ ਮਹਾ ਉਦਮਾਦਾ, ਮਾਦਾ ਸਾਡੇ ਅੰਦਰ ਜਿੱਥੇ ਅੰਨ ਹਜਮ ਹੁੰਦਾ ਉਹਨੂੰ ਆਖਦੇ ਨੇ। ਜਿੰਦਾ ਚੰਗਾ ਮਾਦਾ ਹੋਵੇ ਉਹਦਾ ਪ੍ਰਸ਼ਾਦਾ ਪਾਣੀ ਚੰਗਾ ਹਜਮ ਹੋ ਜਾਂਦਾ ਹੈ। ਜਿੰਦੇ ਮਾਦੇ ਦੇ ਵਿੱਚ ਫਰਕ ਹੋਵੇ ਉਸ ਦਾ ਮਾਦਾ ਫਿਰ ਜਿਹੜਾ ਹੈ ਉਹ ਅੰਨ ਪਾਣੀ ਨੂੰ ਚੰਗੀ ਤਰ੍ਹਾਂ ਹਜਮ ਨਹੀਂ ਕਰ ਸਕਦਾ। ਜਿੰਦਾ ਖਾਧਾ ਹੋਇਆ ਅੰਨ ਪਾਣੀ ਚੰਗੀ ਤਰ੍ਹਾਂ ਹਜਮ ਨਾ ਹੋਵੇ ਉਹਦੀ ਖੁਰਾਕ ਫਿਰ ਘਟ ਜਾਂਦੀ ਹੈ ਅਤੇ ਸਰੀਰਕ ਕਮਜ਼ੋਰੀ ਹੈ ਜਿਹੜੀ ਉਹ ਬਣ ਜਾਂਦੀ ਹੈ। ਅਤੇ ਜਿੰਦਾ ਮਾਦਾ ਜਿਹੜਾ ਹੈ ਉਹ ਚੰਗਾ ਹੋਵੇ, ਪ੍ਰਸ਼ਾਦਾ ਪਾਣੀ ਚੰਗਾ ਹਜਮ ਹੁੰਦਾ ਹੋਵੇ, ਖੁਰਾਕ ਚੰਗੀ ਖਾ ਲੈਂਦਾ ਅਤੇ ਉਹਦੀ ਸਰੀਰਕ ਤਾਕਤ ਹੈ ਫਿਰ ਜਿਹੜੀ ਉਹ ਚੰਗੀ ਬਣ ਜਾਂਦੀ ਹੈ। ਹੁਣ ਇੱਥੇ ਗੁਰੂ ਮਹਾਰਾਜ ਜੀ ਨੇ ਇਸ ਮਨ ਨੂੰ ਉਦਮਾਦਾ ਆਖਿਆ ਹੈ, ਭਾਵ ਤੇਰਾ ਜਿਹੜਾ ਮਾਦਾ ਹੈ ਨਾ ਇਹ ਉਦ ਵਾਲਾ ਹੈ, ਉਹਦੇ ਹੋਰ ਭਾਵ ਤੇਰਾ ਮਾਦਾ ਚੰਗਾ ਹੈ। ਜਦੋਂ ਤੂੰ ਮਾੜੇ ਪਾਸੇ ਲੱਗ ਜਾਂਦਾ ਨਾ, ਬੁਰਾਈਆਂ ਵਾਲੇ ਪਾਸੇ ਲੱਗ ਜਾਂਦਾ ਹੈ, ਜਿੰਨੀਆਂ ਵੀ ਬੁਰਾਈਆਂ ਕਰੀ ਜਾਂਦਾ ਉਹ ਸਾਰੀਆਂ ਤੂੰ ਹਜਮ ਕਰੀ ਜਾਂਦਾ ਹੈ। ਹਜਮ ਕਰ ਕਰਕੇ ਤੇ ਤੂੰ ਬੜਾ ਬਲਵਾਨ ਹੋ ਗਿਆ ਹੈ। ਮੈਂ ਇੱਕ ਵਾਰੀ ਫਿਰ ਥੋੜ੍ਹੀ ਜਿਹੀ ਮਿਹਨਤ ਕਰਾਂਗਾ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਇਹ ਦੱਸਿਆ ਕਿ ਮਨ ਜਿਹੜਾ ਮਨ ਦੀ ਸਾਧਨਾ ਧਰਮ ਦੀ ਸਾਧਨਾ ਹੈ। ਮੰਮਾ ਮਨ ਸੋ ਕਾਜ ਹੈ, ਮਨ ਸਾਧੇ ਸਿੱਧ ਹੋਏ। ਇਹ ਸਾਡਾ ਜਿਹੜਾ ਮਨੁੱਖਾ ਜੀਵਨ ਹੈ ਇਸ ਦੇ ਵਿੱਚ ਸਾਡਾ ਮਨ ਨੂੰ ਸਾਧਨ ਵਾਲਾ ਹੀ ਕਾਰਜ ਹੈ, ਕੰਮ ਹੈ। ਜਿਸ ਨੇ ਮਨ ਦੀ ਸਾਧਨਾ ਕਰ ਲਈ ਉਹ ਸਿੱਧ ਹੋ ਗਿਆ।
ਮਨ ਮਹਿ ਆਪ ਮਨ ਆਪਣੇ ਮਾਹੇ। ਮਨ ਦੇ ਵਿੱਚ ਅਸੀਂ ਹੋਈਏ ਤੇ ਸਾਡੇ ਵਿੱਚ ਮਨ ਹੋਵੇ, ਭਾਵ ਇਕਾਗਰ ਬਿਨਤੀ ਬਣ ਜਾਵੇ, ਤੇ ਫਿਰ ਸੱਚੇ ਸਤਿਗੁਰ ਦੀ ਬੜੀ ਅਪਾਰ ਰਹਿਮਤ ਕਿਰਪਾ ਹੋ ਜਾਂਦੀ ਹੈ। ਪਰ ਮਨ ਜਿਹੜਾ ਇਹ ਜਦੋਂ ਗੁਰਮਤਿ ਤੋਂ ਪਾਸੇ ਚਲਾ ਜਾਵੇ ਤੇ ਪਾਸੇ ਜਾਂਦੇ ਹੋਏ ਮਨ ਦਾ ਅਸੀਂ ਇਤਬਾਰ ਕਰ ਲਈਏ ਤੇ ਫਿਰ ਇਹਦੇ ਨਾਲ ਸਾਨੂੰ ਮਨ ਜਿਹੜਾ ਇਹ ਬੁਰੇ ਪਾਸੇ ਲੈ ਜਾਂਦਾ ਹੈ। ਕਵਣ ਕਵਣ ਨਹੀਂ ਪਤਰਿਆ। ਪਤਰਿਆ ਦਾ ਅਰਥ ਹੈ ਕੁਰੈਤੀਆ ਹੋ ਜਾਣਾ। ਪਤਰਿਆ ਦਾ ਅਰਥ ਹੈ ਵਿਕਾਰਾਂ ਦੇ ਖਾਤੇ ਵਿੱਚ ਡਿੱਗ ਪੈਣਾ। ਪਤਰਿਆ ਦਾ ਅਰਥ ਹੈ ਬੁਰਾਈਆਂ ਦੇ ਵਿੱਚ ਪੈ ਜਾਣਾ। ਤੁਮਰੀ ਪ੍ਰਤੀਤ ਹੈ ਮੇਰੇ ਮਨ, ਦੱਸ ਤੇਰੇ ਤੇ ਯਕੀਨ ਕਰਕੇ ਕਿਹੜਾ ਕਿਹੜਾ ਪ੍ਰਾਣੀ ਹੈ ਜਿਹੜਾ ਬੁਰਾਈਆਂ ਦੇ ਖੂਹ ਦੇ ਵਿੱਚ ਨਹੀਂ ਡਿੱਗਾ। ਮਹਾ ਮੋਹਣੀ ਮੋਹਿਆ ਨਰਕ ਕੀ ਰੀਤ। ਰੀਤ ਦਾ ਅਰਥ ਹੁੰਦਾ ਨਿਯਮ, ਰੀਤ ਦਾ ਅਰਥ ਹੈ ਮਰਿਆਦਾ, ਰੀਤ ਦਾ ਅਰਥ ਹੈ ਉਹ ਰਸਤਾ ਜਿਸ ਰਸਤੇ ਤੇ ਤੁਰ ਕੇ ਅਸੀਂ ਚੰਗੇ ਜਾਂ ਮਾੜੇ ਪਾਸੇ ਲੱਗ ਸਕਦੇ ਹਾਂ। ਮਹਾ ਮੋਹਣੀ ਮੋਹਿਆ ਨਰਕ ਕੀ ਰੀਤ। ਹੈ ਮਨ, ਤੈਨੂੰ ਇਸ ਵੱਡੀ ਮਾਇਆ ਨੇ ਜੋ ਸਭ ਤੋਂ ਵੱਡੀ ਮੋਹਣੀ ਹੈ ਇਸ ਨੇ ਮੋਹ ਰੱਖਿਆ ਤੇ ਇਹ ਤੈਨੂੰ ਉਸ ਰਸਤੇ ਤੇ ਲੈ ਕੇ ਜਾ ਰਹੀ ਹੈ ਜਿਸ ਰਸਤੇ ਤੇ ਅੱਗੇ ਤੇਰੀ ਮੰਜ਼ਿਲ ਹੈ ਜਿਹੜੀ ਉਹ ਨਰਕ ਬਣੇਗੀ। ਤੂੰ ਨਰਕ ਦੇ ਵਿੱਚ ਪਹੁੰਚੇਗਾ। ਇਸ ਨੇ ਤੈਨੂੰ ਮਾਰਗ ਤੋਂ ਮੰਜ਼ਿਲ ਤੋਂ ਭੜਕਾ ਦੇਣਾ ਹੈ। ਮਨ ਖੁਟਹਰ। ਖੁਟਹਰ ਦਾ ਅਰਥ ਹੁੰਦਾ ਖੋਟੇ ਕੰਮ ਕਰਨ ਵਾਲਾ। ਤੇਰਾ ਨਹੀਂ ਵਿਸ਼ਵਾਸ ਹੈ ਮਨ, ਤੂੰ ਖੋਟੇ ਕੰਮ ਕਰਨ ਵਾਲਾ ਹੈ ਤੇ ਤੇਰਾ ਭਰੋਸਾ ਕੋਈ ਨਹੀਂ। ਤੇਰੇ ਤੇ ਵਿਸ਼ਵਾਸ ਜਿਹੜਾ ਕਰਨਾ ਹੈ ਇਹ ਆਪਣੇ ਆਪ ਦੇ ਨਾਲ ਧੋਖਾ ਕਰ ਲੈਣਾ ਹੈ। ਤੂੰ ਮਹਾ ਉਦਮਾਦਾ, ਤੂੰ ਚੰਗੇ ਮਾਜਨੇ ਵਾਲਾ ਹੈ। ਚੰਗਾ ਹਾਜ਼ਮਾ ਹੈ ਤੇਰਾ, ਭਾਵ ਜਿਵੇਂ ਜਿਵੇਂ ਤੂੰ ਬੁਰਾਈਆਂ ਨੂੰ ਕਰਦਾ ਹੈ ਉਹਨੂੰ ਹਜ਼ਮ ਕਰੀ ਜਾਂਦਾ ਹੈ ਤੇ ਹੋਰ ਦੀ ਤੇਰੇ ਅੰਦਰ ਮੰਗ ਹੈ ਜਿਹੜੀ ਉਹ ਬਣੀ ਰਹਿੰਦੀ ਹੈ, ਜਿਸ ਕਰਕੇ ਤੂੰ ਬੜਾ ਬਲਵਾਨ ਹੋ ਗਿਆ। ਇਹਨੂੰ ਇਸ ਤਰ੍ਹਾਂ ਸਮਝ ਲਓ ਜਿਵੇਂ ਕਿਸੇ ਦਾ ਮਾਦਾ ਚੰਗਾ ਹੋਵੇ ਤੇ ਉਹਦਾ ਖਾਧਾ ਪੀਤਾ ਚੰਗਾ ਹਜਮ ਹੋਵੇ, ਚੰਗੀ ਖੁਰਾਕ ਖਾ ਲੈਂਦਾ ਹੋਵੇ ਤੇ ਫਿਰ ਸਰੀਰ ਕਰਕੇ ਵੀ ਉਹ ਚੰਗਾ ਬਲਵਾਨ ਹੋਏਗਾ। ਜਿਹਦਾ ਮਾਦਾ ਜਿਹੜਾ ਕਮਜ਼ੋਰ ਹੈ, ਖੁਰਾਕ ਜਿਹੜੀ ਚੰਗੀ ਨਹੀਂ ਖਾਧੀ ਜਾਂਦੀ ਤੇ ਫਿਰ ਉਹ ਸਰੀਰ ਕਰਕੇ ਵੀ ਕਮਜ਼ੋਰ ਹੋਵੇਗਾ। ਇਹ ਮਨ ਜਿਹੜਾ ਇਹ ਜਦੋਂ ਬੁਰਾਈਆਂ ਨੂੰ ਖਾਂਦਾ ਹੈ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਹਜਮ ਕਰਕੇ ਉਹ ਫਿਰ ਹੋਰ ਦੀ ਮੰਗ ਕਰਦਾ ਹੈ, ਜਿਸ ਕਰਕੇ ਇਹ ਮਨ ਬੁਰਾਈਆਂ ਵਾਲੇ ਪਾਸੇ ਬੜਾ ਬਲਵਾਨ ਹੋ ਗਿਆ। ਇਸ ਕਰਕੇ ਤੇਰੇ ਤੇ ਭਰੋਸਾ ਵਿਸ਼ਵਾਸ ਹੈ ਨਾ ਜਿਹੜਾ ਇਹ ਸਾਨੂੰ ਕਰਨਾ ਨਹੀਂ ਬਣਦਾ ਹੈ ਜੀ। ਖਰ ਕਾ ਬਖਰ ਤਉ ਛੁਟੈ ਜਾਉ ਉਪਰ ਲਾਦਾ। ਅੱਗੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਵੇਂ ਦਾਸ ਨੇ ਆਪ ਜੀ ਨੂੰ ਅਰਥ ਸਮਝਾਉਣ ਦੇ ਲਈ ਦੱਸਿਆ ਸੀ। ਮਸਤ ਨਾਮ ਦੀ ਮਸਤੀ ਹੋਵੇ ਤੇ ਬੜੀ ਚੰਗੀ ਗੱਲ ਹੈ। ਜਦੋਂ ਬੱਚੇ ਜ਼ਿਆਦੀ ਮਸਤੀ ਕਰਦੇ ਨੇ ਫਿਰ ਅਸੀਂ ਕਹਿ ਦਿੰਦੇ ਹਾਂ ਹੁਣ ਤੁਸੀਂ ਮਸਤੀ ਕਰਨ ਲੱਗ ਗਏ। ਖਰ ਦਾ ਅਰਥ ਹੁੰਦਾ ਗਧਾ, ਤੇ ਗਧਾ ਜਦੋਂ ਮਸਤ ਹੁੰਦਾ ਨਾ ਇਹ ਫਿਰ ਟੀਟਨੇ ਮਾਰਦਾ, ਇੱਕ ਦੂਜੇ ਨੂੰ ਮਾਰਦਾ, ਡੇਗਦਾ, ਘੁਲਦੇ ਨੇ, ਲੇਟਦੇ ਨੇ ਰੂੜੀਆਂ ਤੇ। ਇਸੇ ਤਰ੍ਹਾਂ ਬੱਚੇ ਜਦੋਂ ਮਰਿਆਦਾ ਤੋਂ ਗਾਂਹ ਲੰਘ ਜਾਂਦੇ ਨੇ ਅਸੀਂ ਫਿਰ ਇਹਨਾਂ ਦੀ ਤੁਲਨਾ ਗਧਿਆਂ ਦੇ ਨਾਲ ਕਰਦੇ ਹਾਂ। ਹੁਣ ਤੁਸੀਂ ਮਸਤੀ ਨਹੀਂ ਕਰ ਰਹੇ, ਖਰਮਸਤੀ ਕਰ ਰਹੇ ਹੋ, ਭਾਵ ਗਧਿਆਂ ਵਾਲੇ ਕੰਮ ਕਰਨ ਲੱਗ ਗਏ ਹੋ। ਖਰ ਕਾ ਪੈਖਰ ਤੋਂ ਛੁਟੈ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਖਰ ਜਿਹੜਾ ਗਧਾ ਹੈ ਨਾ ਇਹਦੇ ਪੈਰਾਂ ਦੇ ਵਿੱਚ ਪਾਇਆ ਹੋਇਆ ਪੈਂਖੜ ਅੱਜ ਕੱਲ੍ਹ ਸ਼ਾਇਦ ਸਾਨੂੰ ਨਾ ਪਤਾ ਹੋਵੇ। ਪਹਿਲੋਂ ਸਾਡੇ ਕੋਲ ਜੋ ਸਵਾਰੀ ਦਾ ਸਾਧਨ ਸੀ ਇਹ ਜ਼ਿਆਦਾ ਘੋੜੇ, ਖੱਚਰਾਂ ਤੇ ਗਧੇ ਹੋਇਆ ਕਰਦੇ ਸਨ। ਜਿਤਨਾ ਕੋਈ ਵੱਡਾ ਸਰਦਾਰ ਹੁੰਦਾ ਉਹਦੇ ਕੋਲ ਉਤਨਾ ਜ਼ਿਆਦਾ ਵਧੀਆ ਘੋੜਾ ਹੁੰਦਾ ਜਾਂ ਘੋੜੀ ਹੁੰਦੀ, ਤੇ ਜਿਨ੍ਹਾਂ ਨੇ ਭਾਈ ਦਿਹਾੜੀ ਦੱਪਾ ਕਰਨਾ ਹੁੰਦਾ, ਰੇੜੀਆਂ ਵਾਹਣੀਆਂ ਹੁੰਦੀਆਂ, ਉਹ ਫਿਰ ਖੱਚਰਾਂ ਆਦਿਕ ਸਨ ਜਿਹੜੀਆਂ ਉਹ ਰੱਖਿਆ ਕਰਦੇ, ਇਹ ਚੰਗਾ ਵਜਨ ਢੋਲਿਆ ਕਰਦੇ ਸਨ। ਤੇ ਤੀਜੇ ਨੰਬਰ ਤੇ ਫਿਰ ਆ ਜਾਂਦੇ ਸਨ ਗਧੇ। ਗਧੇ ਨੇ ਜਿਹੜੇ ਇਹਨਾਂ ਦੀ ਖੁਰਾਕ ਸੀ ਜਿਹੜੀ ਇਹ ਜ਼ਿਆਦਾ ਸਾਂਭ ਸੰਭਾਈ ਵਾਲੀ ਨਹੀਂ ਸੀ। ਜਿਵੇਂ ਘੋੜੇ ਦੀ ਬੜੀ ਸਾਂਭ ਸੰਭਾਈ ਕਰਨੀ ਪੈਂਦੀ, ਉਹਨੂੰ ਖਰਰਾ ਕਰਨਾ ਪੈਂਦਾ, ਭਾਵ ਇੱਕ ਲੋਹੇ ਦਾ ਸਾਧਨ ਜਿਹਾ ਹੁੰਦਾ ਹੈ ਉਹਦੇ ਨਾਲ ਸਰੀਰ ਦੇ ਵਿੱਚੋਂ ਮਿੱਟੀ ਕੱਢਣੀ ਪੈਂਦੀ, ਉਹਨੂੰ ਕਹਿੰਦੇ ਸਨ ਖਰਰਾ। ਤੇ ਘੋੜਾ ਜਿਹੜਾ ਇਹਦੀ ਖੁਰਾਕ ਛੋਲੇ ਆਦਿਕ ਹੋਇਆ ਕਰਦੇ ਸਨ। ਗਧਾ ਜਿਹੜਾ ਇਹਨੂੰ ਛੱਡ ਦਿੰਦੇ ਤੇ ਇਹ ਰੂੜੀਆਂ ਤੇ ਚਰ ਕੇ ਪਰਾਲੀ ਪੱਕਾ ਖਾ ਕੇ ਕੱਖ ਕੰਡਾ ਖਾ ਕੇ ਆਪਣਾ ਢਿੱਡ ਭਰ ਕੇ ਤੇ ਅਗਲੇ ਦਿਨ ਕੰਮ ਦੇ ਲਈ ਫਿਰ ਤਿਆਰ ਹੋ ਜਾਂਦਾ। ਧੰਨ ਗੁਰੂ ਜੀ ਨੇ ਇੱਥੇ ਕਿਰਪਾ ਕੀਤੀ ਹੈ, ਸਾਨੂੰ ਦੱਸਿਆ ਖਰ ਕਾ ਪੈਖਰ। ਪੈਖਰ ਪੈਰਾਂ ਦੇ ਵਿੱਚ ਜੂੜ ਪਾਇਆ ਜਾਂਦਾ,
ਉਹ ਇਸ ਵਾਸਤੇ ਵੀ ਜਦੋਂ ਸਾਨੂੰ ਇਹਨੂੰ ਫੜਨ ਦੀ ਲੋੜ ਪਵੇ ਨਾ, ਇਹ ਜ਼ਿਆਦਾ ਨਾ ਭੱਜ ਸਕੇ। ਜਿਵੇਂ ਹੱਥ ਕੜੀ ਹੁੰਦੀ ਹੈ, ਦੋਹਾਂ ਹੱਥਾਂ ਦੇ ਵਿੱਚ ਪੈ ਜਾਂਦੀ ਹੈ, ਇਸੇ ਤਰ੍ਹਾਂ ਲੋਹੇ ਦਾ ਇੱਕ ਸਾਧਨ ਜਿਹਾ ਬਣਿਆ ਹੁੰਦਾ, ਯੰਤਰ ਬਣਿਆ ਹੁੰਦਾ, ਜਿਹਦੇ ਨਾਲ ਗਧੇ ਦੇ ਦੋਵੇਂ ਅਗਲੇ ਪੈਰ ਜਾਂ ਘੋੜੇ ਦੇ ਦੋਵੇਂ ਅਗਲੇ ਪੈਰ ਨੇ ਜਿਹੜੇ ਉਹ ਬੰਨੇ ਜਾਂਦੇ ਨੇ, ਅਤੇ ਉਤਨਾ ਕੁ ਉਹਦੇ ਵਿੱਚ ਸੰਨ ਛੱਡਿਆ ਜਾਂਦਾ, ਜਿਸ ਦੇ ਨਾਲ ਉਹ ਤੁਰ ਕੇ ਥੋੜ੍ਹਾ ਥੋੜ੍ਹਾ ਅੱਗੇ ਹੋ ਸਕੇ। ਇਹਨੂੰ ਪੈਖੜ ਆਖਦੇ ਸਨ। ਖਰਕਾ ਪੈਖਰ ਤੋਂ ਛੁੱਟੇ। ਹੁਣ ਗਧਾ ਹੈ, ਉਹਨੂੰ ਚਰਨ ਵਾਸਤੇ ਜਦੋਂ ਛੱਡਿਆ ਨਾ, ਤੇ ਪੈਰਾਂ ਦੇ ਵਿੱਚ ਪੈਖਰ ਪਾਇਆ ਹੋਇਆ ਹੈ, ਬਈ ਜਦੋਂ ਸਾਨੂੰ ਲੋੜ ਪਈ ਉਦੋਂ ਅਸੀਂ ਤੈਨੂੰ ਫੜ ਲੈਣਾ ਅਤੇ ਆਪਣਾ ਕੰਮ ਲੈਣਾ ਹੈ। ਅਤੇ ਗੁਰੂ ਜੀ ਇੱਥੇ ਸਾਨੂੰ ਇਸ ਨੁਕਤੇ ਦੇ ਨਾਲ ਇਹ ਸਮਝਾਉਂਦੇ ਨੇ ਵੀ ਮਨ ਹੈ ਨਾ ਜਿਹੜਾ, ਇਹਨੂੰ ਜਦੋਂ ਅਸੀਂ ਭਜਨ ਬੰਦਗੀ ਸੇਵਾ ਵਾਲੇ ਪਾਸੋਂ ਆਪਣੀ ਉਪਜੀਵਕਾ ਦੇ ਵਿੱਚ ਲਾਣਾ ਹੈ ਨਾ, ਉਦੋਂ ਇਹਨੂੰ ਪੈਂਖੜ ਪਾ ਕੇ ਲਾਣਾ ਹੈ, ਐਵੇਂ ਨਹੀਂ ਲਾਣਾ। ਅਸੀਂ ਸਾਰੇ ਘਰ ਪਰਿਵਾਰ ਵਾਲੇ ਹਾਂ, ਸਾਨੂੰ ਸਾਰਿਆਂ ਨੂੰ ਰੋਜੀ ਰੋਟੀ ਜਿਹੜੀ ਹੈ ਉਸ ਵਾਹਿਗੁਰੂ ਨੇ ਆਪ ਨੀਅਤ ਕਰਕੇ ਦਿੱਤੀ ਹੈ ਵੀ ਤੂੰ ਆਹ ਕਰ, ਇਸ ਦੇ ਨਾਲ ਤੇਰਾ ਗੁਜ਼ਾਰਾ ਚੱਲਦਾ ਰਹੇਗਾ। ਅਤੇ ਅਸੀਂ ਸਾਰੀ ਗੁਰਮੁਖ ਸੰਗਤ ਦੇ ਵਿੱਚ ਆਉਂਦੇ ਹਾਂ, ਗੁਰੂ ਮਹਾਰਾਜ ਜੀ ਦੀ ਕਿਰਪਾ ਸਾਰੀ ਨਿਤਨੇਮੀ ਆ ਅਤੇ ਕਾਰੋਬਾਰ ਕਰਦੇ ਹਾਂ। ਜਦੋਂ ਨਿਤਨੇਮ ਕਰਕੇ ਕਾਰੋਬਾਰ ਦੇ ਵਿੱਚ ਲੱਗਣਾ ਹੈ, ਉਸ ਵਕਤ ਫਿਰ ਇਸ ਮਨ ਨੂੰ ਨਾ ਪੈਖੜ ਪਾ ਕੇ ਰੱਖਣਾ ਹੈ, ਜਿਹੜਾ ਇਹ ਲੋੜ ਤੋਂ ਜ਼ਿਆਦਾ ਨਾ ਤੁਰ ਸਕੇ। ਭਾਵ ਪਰਮਾਤਮਾ ਦਾ ਜਿਹੜਾ ਨਾਮ ਹੈ, ਵਾਹਿਗੁਰੂ ਦਾ ਜਿਹੜਾ ਨਾਮ ਹੈ, ਉੱਧਰਲੇ ਪਾਸੇ ਇਹਨੂੰ ਜੋੜ ਕੇ ਰੱਖਣਾ ਹੈ। ਜਦੋਂ ਗੱਲਾਂ ਬਾਤਾਂ ਕਰਦਾ, ਜੇ ਪੈਖੜ ਪਾਇਆ ਹੋਏਗਾ ਨਾ, ਤੇ ਫਿਰ ਮਰਿਆਦਾ ਦੇ ਵਿੱਚ ਰਹਿ ਕੇ ਮਨ ਗੱਲਾਂ ਕਰੇਗਾ, ਨਹੀਂ ਤਾਂ ਐਵੇਂ ਅਵਾ ਤਵਾ ਹੀ ਬੋਲੀ ਜਾਵੇਗਾ, ਉਹਨੂੰ ਸਮਝ ਹੀ ਨਹੀਂ ਲੱਗਣੀ ਮੈਂ ਕੀ ਆਖ ਰਿਹਾ। ਭਾਵ ਲੋੜ ਤੋਂ ਜ਼ਿਆਦਾ ਸਪੀਡ ਫੜ ਦੇਗਾ। ਖਰਕਾ ਪੈਖਰ ਤੋਂ ਛੁੱਟੇ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਵੇਂ ਗਧਾ ਨਾ, ਇਹਨੂੰ ਜਦੋਂ ਚਰਨ ਦੇ ਲਈ ਛੱਡਿਆ, ਪੈਖੜ ਪਾ ਦਿੱਤਾ, ਅਤੇ ਇਹਦਾ ਪੈਖੜ ਉਦੋਂ ਛੁੱਟਦਾ ਹੈ ਜੋ ਉੱਪਰ ਲਾਦਾ, ਜਦੋਂ ਇਹਦੇ ਉੱਤੇ ਕੁਝ ਲੱਦਣਾ ਹੋਵੇ। ਹੁਣ ਮਾਣੇ ਜਿਹੜਾ ਇਹਦੇ ਉੱਤੇ ਅਸੀਂ ਸੇਵਾ ਅਤੇ ਸਿਮਰਨ ਹੈ ਜਿਹੜਾ ਇਹਨੂੰ ਲੱਦਣਾ ਹੈ, ਮਨ ਤੋਂ ਸੇਵਾ ਅਤੇ ਸਿਮਰਨ ਵਾਲਾ ਜਿਹੜਾ ਕਾਰਜ ਹੈ ਉਹ ਵੀ ਕਰਵਾਉਣਾ ਹੈ, ਅਤੇ ਮਨ ਤੋਂ ਆਪਣੀ ਉਪਜੀਵਕਾ ਜਿਹੜੀ ਰੋਜੀ ਰੋਟੀ ਹੈ ਉਹ ਵੀ ਲੈਣੀ ਹੈ। ਜਦੋਂ ਇਹਨੂੰ ਰੋਜੀ ਰੋਟੀ ਵਾਲੇ ਪਾਸੇ ਲੈਣਾ ਹੈ, ਉਦੋਂ ਇਹਨੂੰ ਪੈਖੜ ਪਾ ਲੈਣਾ। ਲੋੜ ਤੋਂ ਜ਼ਿਆਦਾ ਬੋਲਣਾ ਨਹੀਂ, ਲੋੜ ਤੋਂ ਜ਼ਿਆਦਾ ਇਹਦੇ ਵਿੱਚ ਵਿਚਾਰਾਂ ਨੇ ਜਿਹੜੀਆਂ ਉਹ ਨਹੀਂ ਚੱਲਣ ਦੇਣੀਆਂ। ਲੋੜ ਤੋਂ ਜ਼ਿਆਦਾ ਇਹਦੀ ਜੋ ਧਾਵਣੀ ਹੈ, ਦਹਿ ਦਿਸ਼ਾ ਦੇ ਵਿੱਚ ਜੋ ਭੱਜਦਾ, ਇਹ ਨਹੀਂ ਭੱਜਣ ਦੇਣਾ। ਅਤੇ ਜਦੋਂ ਆਪਣਾ ਉਪਜੀਵਕਾ ਦਾ ਕਾਰਜ ਹੋ ਜਾਵੇ, ਉਸ ਵਕਤ ਫਿਰ ਇਹਦਾ ਇਹ ਪੈਖੜ ਖੋਲ੍ਹ ਕੇ ਨਾ, ਅਤੇ ਨਾਮ ਵਾਲੇ ਪਾਸੇ ਇਸ ਨੂੰ ਲੱਦ ਲੈਣਾ। ਲੈ ਹੁਣ ਤੂੰ ਜਿੰਨਾ ਮਰਜ਼ੀ ਵਾਹਿਗੁਰੂ ਵਾਹਿਗੁਰੂ ਆਖੀ ਜਾ, ਹੁਣ ਤੈਨੂੰ ਕੋਈ ਰੋਕ ਟੋਕ ਨਹੀਂ। ਖਰਕਾ ਪੈਖਰ ਤੋਂ ਛੁੱਟੇ, ਜੋ ਉੱਪਰ ਲਾਦਾ। ਗੁਰੂ ਮਹਾਰਾਜ ਜੀ ਨੇ ਇੱਕ ਨੁਕਤੇ ਦੇ ਨਾਲ ਸਮਝਾਇਆ, ਜਿਵੇਂ ਗਧਾ ਇਹਦਾ ਪੈਖੜ ਜਿਹੜਾ ਉਦੋਂ ਖੋਲ੍ਹਿਆ ਜਾਂਦਾ ਹੈ ਜਦੋਂ ਇਹਦੇ 'ਤੇ ਵਜਨ ਲੱਦਣਾ ਹੋਵੇ। ਅਤੇ ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੂੰ ਧੰਨ ਗੁਰਬਾਣੀ ਗੁਰੂ ਮਹਾਰਾਜ ਜੀ ਦੇ ਵਚਨਾਂ ਦੇ ਉੱਤੇ ਭਰੋਸਾ ਹੈ ਵੀ ਗੁਰੂ ਮਹਾਰਾਜ ਜੀ ਨੇ ਅੱਜ ਸਾਨੂੰ ਇਹ ਸਿੱਖਿਆ ਦਿੱਤੀ ਹੈ, ਉਹ ਵੀ ਆਪਣੇ ਮਨ ਦਾ ਪੈਖੜ ਜਿਹੜਾ ਹੈ ਜਦੋਂ ਕਾਰੋਬਾਰ ਦੇ ਵਿੱਚ ਲੱਗਦਾ ਹੈ, ਵਿਚਾਰਾਂ ਨੂੰ ਸੀਮਤ ਰੱਖਦੇ ਨੇ, ਬੋਲ ਬਾਣੀ ਨੂੰ ਸੀਮਤ ਰੱਖਦੇ ਨੇ, ਮਨ ਦੀ ਧਾਵਣੀ ਨੂੰ ਸੀਮਤ ਰੱਖਦੇ ਨੇ, ਅਤੇ ਜਦੋਂ ਨਾਮ ਜਪਣਾ ਹੁੰਦਾ ਹੈ ਫਿਰ ਇਹਨੂੰ ਆਖਦੇ ਨੇ ਲੈ ਹੁਣ ਤੂੰ ਜਿੰਨਾ ਮਰਜ਼ੀ ਜਪੀ ਜਾ। ਇਸ ਤਰ੍ਹਾਂ ਇਸ ਨੁਕਤੇ ਦੇ ਨਾਲ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਸਾਨੂੰ ਸਮਝਾਉਣਾ ਕੀਤਾ ਹੈ ਜੀ। ਜਪ ਤਪ ਸੰਜਮ ਤੁਮ ਖੰਡੀ, ਜਮ ਕੇ ਦੁਖ ਡਾਂਡ। ਅੱਗੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਵਿਸ਼ਰਾਮ ਲਾ ਕੇ ਸਾਡੇ 'ਤੇ ਕਿਰਪਾ ਕਰਦੇ ਨੇ, ਸਾਨੂੰ ਦੱਸਦੇ ਨੇ। ਵੈਸੇ ਤਾਂ ਇਹ ਜਿਹੜਾ ਕਲਯੁਗ ਹੈ ਨਾ, ਇਹਦੇ ਵਿੱਚ ਜਿਹੜਾ ਨਾਮ ਜਪਦਾ ਏ ਉਹ ਬਚਿਆ ਏ। ਬਾਕੀ ਜਿਤਨੇ ਵੀ ਸਾਡੇ ਕੋਲ ਪੁਰਾਣੇ ਸਾਧਨ ਨੇ ਨਾ, ਉਹ ਸਾਰੇ ਦੇ ਸਾਰੇ ਸਾਧਨ ਨੇ ਜਿਹੜੇ ਉਹ ਇਸ ਕਲਯੁਗ ਨੇ ਫੇਲ ਕਰ ਦਿੱਤੇ ਨੇ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ, ਗੁਰੂ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ, ਅਬ ਕਲੂ ਆਇਓ ਰੇ ਇੱਕ ਨਾਮ ਬੋਵਹੋ ਬੋਵਹੋ। ਹੇ ਗੁਰਮੁਖ ਪਿਆਰਿਓ, ਹੁਣ ਕਲਯੁਗ ਆ ਗਿਆ। ਇੱਕ ਉਸ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਤੁਸੀਂ ਬੀਜਣਾ ਕਰੋ। ਅਤੇ ਪਹਿਲੂ ਜਿਹੜਾ ਸਮਾਂ ਸੀ, ਉਦੋਂ ਇਸ ਤਰ੍ਹਾਂ ਦੇ ਜਪ ਤਪ ਜਿਹੜੇ ਸੰਜਮ ਆਦਿਕ ਸਨ ਇਹ ਕੀਤੇ ਜਾਂਦੇ ਸਨ। ਜਪ ਤਪ ਅਤੇ ਸੰਜਮ ਇਹ ਤਿੰਨ ਨੇ। ਇਹਨਾਂ ਤਿੰਨਾਂ ਨੂੰ ਥੋੜ੍ਹਾ ਥੋੜ੍ਹਾ ਆਪਾਂ ਵਿਚਾਰਨਾ ਕਰਾਂਗੇ। ਜਪ ਕਿਸੇ ਇੱਕ ਮੰਤਰ ਨੂੰ ਵਾਰੀ ਵਾਰੀ ਜਪਣਾ, ਇਸ ਨੂੰ ਜਪ ਆਖਿਆ ਜਾਂਦਾ ਹੈ। ਕਿਸੇ ਇੱਕ ਮੰਤਰ ਨੂੰ ਵਾਰੀ ਵਾਰੀ ਜਪ ਕੇ ਅਤੇ ਸਿੱਧ ਕਰ ਲੈਣਾ,
ਮੰਤਰ ਹੈ ਜਿਹੜਾ, ਇਹਦੀ ਸਿੱਧੀ ਹੈ ਜਿਹੜੀ, ਇਹ ਰਸ ਹੈ। ਜਦੋਂ ਉਸ ਮੰਤਰ ਨੂੰ ਜਪਿਆ ਅੰਦਰ ਰਸ ਵੱਜ ਜਾਵੇ ਤੇ ਫਿਰ ਉਹ ਮੰਤਰ ਸਿੱਧ ਹੋ ਗਿਆ ਹੈ, ਭਾਵੇਂ ਉਹ ਕਿਸੇ ਤਰ੍ਹਾਂ ਦਾ ਵੀ ਮੰਤਰ ਹੈ। ਤੇ ਤਪ ਜੋ ਅਸੀਂ ਸਰੀਰ ਦੇ ਉੱਤੇ ਤਪ ਕਰਦੇ ਆ ਉਹਨੂੰ ਤਪ ਆਖਿਆ ਜਾਂਦਾ। ਜਿਹਦੇ ਨਾਲ ਸਰੀਰ ਨੂੰ ਤਪਾਇਆ ਜਾਂਦਾ ਉਹਨੂੰ ਤਪ ਆਖਿਆ ਜਾਂਦਾ। ਭਾਵੇਂ ਧੁਨੀਆਂ ਤਪਾ ਲਵੋ ਤੇ ਭਾਵੇਂ ਠੰਡ ਦੇ ਨਾਲ ਤਪਾ ਲਵੋ। ਤਪਾਉਣ ਦਾ ਅਰਥ ਹੁੰਦਾ ਦੁਖੀ ਕਰਨਾ। ਜਦੋਂ ਬੱਚੇ ਜ਼ਿਆਦਾ ਤੰਗ ਕਰਨ ਤੇ ਫਿਰ ਮਾਤਾ ਪਿਤਾ ਵੀ ਕਹਿ ਦਿੰਦਾ ਤੁਸੀਂ ਬੜਾ ਤਪਾਇਆ ਹੈ। ਭਾਵੇਂ ਇਹਨੂੰ ਠੰਡ ਦੇ ਨਾਲ ਤਪਾ ਲਵੋ, ਭਾਵੇਂ ਇਹਨੂੰ ਗਰਮੀ ਦੇ ਨਾਲ ਤਪਾ ਲਵੋ, ਭਾਵੇਂ ਇਹਨੂੰ ਭੁੱਖ ਦੇ ਨਾਲ ਤਪਾ ਲਵੋ, ਜਿਵੇਂ ਜੀ ਕਰਦਾ ਉਵੇਂ ਇਹਨੂੰ ਤਪਾ ਲਵੋ, ਇਹ ਤਪ ਬਣ ਗਏ। ਪਰ ਗੁਰਬਾਣੀ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਮਰਿਆਦਾ ਦੇ ਵੱਲੋਂ ਸਾਨੂੰ ਰੋਕਦੀ ਹੈ, ਇਹਨਾਂ ਦਾ ਖੰਡਨ ਕਰਦੀ ਹੈ। ਧੰਨ ਗੁਰੂ ਜੀ ਨੇ ਕਿਹਾ ਹੈ ਗੁਰ ਕੀ ਸੇਵਾ, ਜਿਹੜੀ ਹਰੀ ਪਰਮਾਤਮਾ ਵਾਹਿਗੁਰੂ ਦੀ ਗੁਰੂ ਦੀ ਸੇਵਾ ਹੈ ਨਾ, ਤਪਾਂ ਸਿਰ ਤਪ ਸਾਰ, ਇਹ ਸਭ ਤੋਂ ਵੱਡਾ ਤਪ ਹੈ। ਗੁਰੂ ਦੀ ਸੇਵਾ, ਪਰਮਾਤਮਾ ਦੀ ਸੇਵਾ, ਵਾਹਿਗੁਰੂ ਦੀ ਜਿਹੜੀ ਸੇਵਾ, ਜਿਹੜਾ ਸਿਮਰਨ ਕਰਨਾ ਹੈ, ਇਹ ਸਭ ਤੋਂ ਵੱਡਾ ਤਪ ਹੈ। ਜਪ ਤਪ। ਅੱਗੇ ਸ਼ਬਦ ਆਇਆ ਹੈ ਸੰਜਮ। ਸੰਜਮ ਦਾ ਅਰਥ ਹੁੰਦਾ ਹੈ ਆਪਣੇ ਆਪ 'ਤੇ ਕੰਟਰੋਲ ਰੱਖਣਾ, ਸੈਲਫ ਕੰਟਰੋਲ। ਆਪਣਾ ਜਿਹੜਾ ਨਿਯਮ ਹੈ, ਆਪਣਾ ਜਿਹੜਾ ਉਹ ਕੰਟਰੋਲ ਰੱਖਣਾ। ਇਹਨੂੰ ਮੈਂ ਇੱਕ ਸਾਖੀ ਦੇ ਨਾਲ ਸਮਝਾਇਆ ਕਰਦਾ। ਵੈਸੇ ਆਪ ਜੀ ਨੇ ਪਹਿਲਾਂ ਵੀ ਸਰਵਣ ਕੀਤੀ ਹੈ, ਅੱਜ ਦੁਬਾਰਾ ਫਿਰ ਆਪਾਂ ਸਰਵਣ ਕਰਦੇ ਹਾਂ ਤਾਂ ਕਿ ਕਿਤੇ ਭੁੱਲ ਨਾ ਗਏ ਹੋਈਏ। ਇੱਕ ਨਗਰ ਹੈ, ਉਸ ਦੇ ਵਿੱਚ ਦੋ ਦਰਾਣੀ ਤੇ ਜਠਾਣੀ ਰਹਿੰਦੀਆਂ ਨੇ। ਦੋਵੇਂ ਭਰਾ ਨੇ, ਦੋਵੇਂ ਅੱਡ ਅੱਡ ਨੇ। ਮਾਤਾ ਜਿਹੜੀ ਇਹ ਸਾਨੂੰ ਜਨਮ ਦਿੰਦੀ ਹੈ, ਕਰਮ ਨਹੀਂ ਦਿੰਦੀ। ਇੱਕ ਜਿਹੜੀ ਉਹਦੇ ਕੋਲੇ ਥੋੜ੍ਹੀ ਜਿਹੀ ਜ਼ਿਆਦਾ ਕਮਾਈ ਹੈ, ਉਸਨੇ ਆਪਣੇ ਘਰੇ ਗਾਂ ਰੱਖੀ ਹੈ। ਤੇ ਦੂਜੀ ਹੈ ਜਿਹੜੀ ਉਹਦੇ ਕੋਲ ਕਮਾਈ ਥੋੜ੍ਹੀ ਹੈ, ਉਹਨੇ ਆਪਣੇ ਘਰੇ ਬੱਕਰੀ ਰੱਖੀ ਹੈ। ਇੱਕ ਬੱਕਰੀ ਜੋਗਾ, ਇੱਕ ਗਾਂ ਜੋਗਾ ਹੈ। ਜਿਹੜੀ ਗਾਂ ਵਾਲੀ ਏ ਉਹਦਾ ਵੀਰ ਆ ਗਿਆ, ਭਰਾ ਆ ਗਿਆ, ਤੇ ਉਹਨੇ ਬੱਕਰੀ ਵਾਲੀ ਨੂੰ ਆਖਿਆ ਮੇਰਾ ਵੀਰ ਆਇਆ ਤੇ ਮੈਂ ਇਹਨੂੰ ਸ਼ੱਕਰ ਘਿਓ ਪਾਉਣਾ ਹੈ। ਕਿਉਂਕਿ ਪਹਿਲੂ ਸਭ ਤੋਂ ਵੱਡੀ ਸੁਗਾਤ ਹੈ ਨਾ ਜਿਹੜੀ, ਇਹ ਸ਼ੱਕਰ ਘਿਓ ਵਾਲੀ ਮੰਨੀ ਜਾਂਦੀ ਸੀ। ਜਿਸ ਨੂੰ ਸ਼ੱਕਰ ਘਿਓ ਮਿਲ ਜਾਂਦਾ ਉਹ ਕਹਿੰਦਾ ਸੀ ਮੇਰੀ ਸਭ ਤੋਂ ਵਧੀਆ ਸੇਵਾ ਹੋਈ ਏ। ਤੇ ਬੱਕਰੀ ਵਾਲੀ ਨੇ ਇਹਨੂੰ ਕੱਢ ਕੇ ਘਿਓ ਦੇ ਦਿੱਤਾ। ਕਹਿੰਦੀ ਚਲੋ ਕੋਈ ਨਹੀਂ, ਜੇ ਤੇਰਾ ਵੀਰ ਆਇਆ ਤੇ ਆ ਲੈ ਮੇਰੇ ਕੋਲ ਘਿਓ ਹੈ, ਤੂੰ ਲੈ ਜਾ, ਜਦੋਂ ਤੇਰੇ ਕੋਲ ਹੋਏਗਾ ਤੂੰ ਮੈਨੂੰ ਦੇ ਦੇਵੀਂ। ਹੁਣ ਇਹਨੇ ਆਪਣੇ ਭਰਾ ਦੀ ਸੇਵਾ ਕਰਤੀ ਹੈ, ਸ਼ੱਕਰ ਘਿਓ ਪਾ ਦਿੱਤਾ, ਪਰ ਜਿਹੜਾ ਆਧਾਰ ਲਿਆ ਸੀ ਨਾ ਉਹ ਭੁੱਲ ਗਈ ਏ। ਇਹਨੂੰ ਇਹ ਚੇਤਾ ਹੀ ਨਹੀਂ ਰਿਹਾ ਵੀ ਮੈਂ ਆਪਣੀ ਦਰਾਣੀ ਦਾ ਜਿਹੜਾ ਘਿਓ ਸੀ ਉਹ ਵੀ ਦੇਣਾ ਹੈ। ਕਈਆਂ ਦਿਨਾਂ ਬਾਅਦ ਫਿਰ ਉਸ ਦਰਾਣੀ ਨੇ ਮੰਗਿਆ, ਕਹਿੰਦੀ ਤੁਸੀਂ ਮੇਰੇ ਤੋਂ ਘਿਓ ਲਿਆ ਸੀ ਤੇ ਮੈਨੂੰ ਦਿੱਤਾ ਹੀ ਨਹੀਂ, ਭੁੱਲ ਗਏ ਤੁਸੀਂ, ਤੂੰ ਮੇਰਾ ਘਿਓ ਦਿਓ ਮੈਨੂੰ। ਇਹ ਅੱਗੋਂ ਕਹਿੰਦੀ ਮੈਂ ਤੇਰੇ ਤੋਂ ਘਿਓ ਲਿਆ ਹੀ ਨਹੀਂ, ਮੈਂ ਕਿਹੜਾ ਘਿਓ ਲਿਆ ਹੈ, ਮੇਰੇ ਕੋਲ ਗਾਂ ਹੈ, ਦੁੱਧ ਜ਼ਿਆਦਾ ਹੈ ਮੇਰੇ ਕੋਲ, ਤੇ ਤੇਰੇ ਕੋਲ ਬੱਕਰੀ ਹੈ, ਤੂੰ ਘਿਓ ਕੀ ਜੋੜੇਂਗੀ, ਘਿਓ ਤਾਂ ਮੇਰੇ ਕੋਲ ਹੈ, ਮੈਂ ਗਾਂ ਵਾਲੀ ਹਾਂ। ਰਹੋ ਵਿਚਾਰ, ਇਹ ਮਾਮਲਾ ਜਿਹੜਾ ਇਹ ਪੰਚਾਇਤ ਦੇ ਵਿੱਚ ਚਲਾ ਗਿਆ ਹੈ। ਜਿਹੜਾ ਸਰਪੰਚ ਹੈ ਉਹ ਬੜਾ ਸੂਝ ਵਾਲਾ, ਬੜਾ ਸਿਆਣਾ ਹੈ। ਉਹਨੇ ਦੋਵਾਂ ਦੀ ਗੱਲ ਹੈ ਜਿਹੜੀ ਬੜੇ ਗੌਰ ਦੇ ਨਾਲ ਸੁਣੀ ਹੈ, ਪਰ ਉਹ ਕਿਸੇ ਫੈਸਲੇ 'ਤੇ ਨਹੀਂ ਪਹੁੰਚ ਸਕਿਆ। ਫਿਰ ਇਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਆਪਾਂ ਕਿਉਂ ਨਾ ਇਹਨੂੰ ਪ੍ਰੈਕਟੀਕਲੀ ਤੌਰ 'ਤੇ ਫੈਸਲੇ ਨੂੰ ਕਰਨਾ ਕਰੀਏ, ਜਿਹਦੇ ਨਾਲ ਸਹੀ ਫੈਸਲਾ ਜਿਹੜਾ ਇਹ ਹੋ ਜਾਵੇ। ਇਹਨੇ ਤਰੀਕ ਦੇ ਦਿੱਤੀ ਹੈ, ਤੁਸੀਂ ਇਸ ਦਿਨ ਆਉਣਾ, ਉਸ ਦਿਨ ਫੈਸਲਾ ਕਰਾਂਗੇ। ਅਗਲੀ ਤਰੀਕ 'ਤੇ ਦੋਵੇਂ ਦਰਾਣੀ ਜਠਾਣੀ ਫਿਰ ਹਾਜ਼ਰ ਹੋ ਗਈਆਂ ਤੇ ਸਰਪੰਚ ਨੇ ਇੱਕ ਗੜਵੀ ਤੇ ਥੋੜ੍ਹੀ ਮਿੱਟੀ ਇਹਨਾਂ ਨੂੰ ਦੇ ਦਿੱਤੀ ਹੈ ਤੇ ਇਹ ਕਹਿ ਦਿੱਤਾ ਵੀ ਤੁਸੀਂ ਇਸ ਮਿੱਟੀ ਦਾ ਨਾ ਚੁੱਲ੍ਹਾ ਬਣਾਉਣਾ ਹੈ ਤੇ ਪਾਣੀ ਵੀ ਇਤਨਾ ਹੈ ਤੇ ਮਿੱਟੀ ਵੀ ਇਤਨੀ ਹੈ, ਇਹਦੇ ਨਾਲ ਹੀ ਤੁਸੀਂ ਪਾਣੀ ਬਚਾ ਕੇ ਹੱਥ ਧੋਣੇ ਨੇ ਤੇ ਇਹਦੇ ਨਾਲ ਹੀ ਤੁਸੀਂ ਚੁੱਲ੍ਹਾ ਤਿਆਰ ਕਰਨਾ ਹੈ। ਹੁਣ ਜਿਹੜੀ ਬੱਕਰੀ ਵਾਲੀ ਸੀ ਉਹਨੇ ਸੰਜਮ ਦੇ ਨਾਲ ਮਿੱਟੀ ਨੂੰ ਸੰਭਾਲਿਆ, ਸੰਜਮ ਦੇ ਨਾਲ ਉਹਦੇ ਵਿੱਚ ਪਾਣੀ ਪਾਇਆ, ਸੰਜਮ ਦੇ ਨਾਲ ਉਸ ਨੂੰ ਗੋ ਕੇ ਤੇ ਬੜੇ ਸੰਜਮ ਦੇ ਨਾਲ ਸੋਹਣਾ ਨਿੱਕਾ ਜਿਹਾ ਚੁੱਲ੍ਹਾ ਤਿਆਰ ਕਰ ਦਿੱਤਾ ਤੇ ਪਾਣੀ ਦੇ ਨਾਲ ਹੱਥ ਧੋ ਕੇ ਕੁਝ ਪਾਣੀ ਬਚ ਵੀ ਗਿਆ ਹੈ। ਤੇ ਜਿਹੜੀ ਗਾਂ ਵਾਲੀ ਸੀ ਉਹਨੇ ਨਾ ਸੰਜਮ ਦੇ ਨਾਲ ਮਿੱਟੀ ਨੂੰ ਸੰਭਾਲਿਆ, ਨਾ ਸੰਜਮ ਦੇ ਨਾਲ ਪਾਣੀ ਪਿਆ ਹੈ ਤੇ ਨਾ ਹੀ ਸੰਜਮ ਦੇ ਨਾਲ ਚੁੱਲ੍ਹਾ ਉਸ ਤੋਂ ਬਣਿਆ ਹੈ। ਇੱਥੋਂ ਤੱਕ ਕਿ ਉਹਨੇ ਆਪਣੀਆਂ ਜਿਹੜੀਆਂ ਬਾਹਾਂ ਨੇ ਨਾ ਅਰਕਾਂ ਤੱਕ, ਕੂਹਣਿਆਂ ਤੱਕ ਜਾਂ ਮੋਢਿਆਂ ਤੱਕ ਇਹ ਵੀ ਲਬੇੜ ਲਈਆਂ ਨੇ ਤੇ ਹੁਣ ਇਤਨਾ ਪਾਣੀ ਕਿੱਥੋਂ ਜਿਹੜਾ ਧੋਪੇ, ਪਾਣੀ ਵੀ ਸਾਰਾ ਮੁੱਕ ਗਿਆ।
ਸਰਪੰਚ ਨੇ ਫੈਸਲਾ ਕਰ ਦਿੱਤਾ ਵੀ ਤੂੰ ਗਾਂ ਵਾਲੀਏ ਬੱਕਰੀ ਵਾਲੀ ਦਾ ਘਿਓ ਦੇ। ਉਹ ਕਹਿੰਦੀ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੈਂ ਇਹਦਾ ਘਿਓ ਦੇਣਾ, ਤੁਸੀਂ ਇਸ ਫੈਸਲੇ ਤੇ ਕਿਵੇਂ ਪਹੁੰਚੇ? ਉਹਨੇ ਅੱਗੋਂ ਸਰਪੰਚ ਨੇ ਜਵਾਬ ਦਿੱਤਾ, ਤੇਰੇ ਕੰਮ ਨੂੰ ਵੇਖ ਕੇ ਜਦੋਂ ਤੂੰ ਇੱਥੇ ਮਿੱਟੀ ਨਾਲ ਸਾਰੀ ਨਾਲ ਲਿਬੜ ਗਈ ਤੇ ਜਦੋਂ ਘਿਓ ਕੱਢਣ ਲੱਗੀ ਹੋਵੇਂਗੀ ਨਾ ਉਦੋਂ ਵੀ ਸਾਰਾ ਮੂੰਹ ਸਿਰ ਲਵੇੜ ਲੈਂਦੀ ਹੋਵੇਂਗੀ, ਤੇਰੇ ਤੋਂ ਘਿਓ ਨਹੀਂ ਸਹੀ ਢੰਗ ਦੇ ਨਾਲ ਨਿਕਲਦਾ ਹੋਣਾ। ਆ ਸਾਡੇ ਘਰਾਂ ਦੇ ਵਿੱਚ ਮਾਈਆਂ ਬੀਬੀਆਂ ਨੇ ਕਈ ਅਣਜਾਣ ਪੁਣੇ ਦੇ ਵਿੱਚ ਆਟੇ 'ਚ ਪਾਣੀ ਇਤਨਾ ਜ਼ਿਆਦਾ ਪਾ ਲੈਂਦੀਆਂ ਨੇ ਕਿ ਉਹ ਗਾਰਾ ਬਣ ਜਾਂਦਾ, ਫਿਰ ਉਹਦੇ 'ਚ ਹੋਰ ਆਟਾ ਛਾਣਦੀਆਂ ਨੇ, ਫਿਰ ਹੋਰ ਪਾਣੀ ਪਾ ਲੈਂਦੀਆਂ ਨੇ। ਇਸ ਤਰ੍ਹਾਂ ਆਟਾ ਜਿਹੜਾ ਨਾ ਉਹ ਇੱਕ ਡੰਗ ਤੋਂ ਦੋ ਡੰਗਾਂ 'ਤੇ ਚਲਾ ਜਾਂਦਾ ਹੈ। ਜਿਹੜਾ ਸੰਜਮ ਦੇ ਨਾਲ ਕੰਮ ਕਰਨਾ ਹੈ, ਇਹਦੇ ਨਾਲ ਜਿਹੜਾ ਨੁਕਸਾਨ ਹੈ ਉਹਦੇ ਤੋਂ ਵੀ ਬਚ ਰਹੀਦਾ ਤੇ ਸਫਾਈ ਹੈ ਜਿਹੜੀ ਇਹ ਵੀ ਜ਼ਿਆਦਾ ਹੁੰਦੀ ਹੈ। ਹੁਣ ਧੰਨ ਗੁਰੂ ਮਹਾਰਾਜ ਜੀ ਇੱਥੇ ਸਾਨੂੰ ਇਸ ਸ਼ਬਦ ਦੇ ਨਾਲ ਇਹ ਦੱਸਦੇ ਨੇ ਵੀ ਮਨ ਹੈ ਨਾ ਜਿਹੜਾ, ਜੇ ਕੋਈ ਜਪ ਕਰਦਾ ਹੈ, ਜੇ ਕੋਈ ਤਪ ਤਪੱਸਿਆ ਕਰਦਾ ਹੈ, ਜੇ ਕੋਈ ਸੰਜਮ ਦੇ ਨਾਲ ਆਪਣੇ ਜੀਵਨ ਨੂੰ ਜਿਉਂਦਾ ਵੀ ਆਪਾਂ ਸੰਜਮ ਦੇ ਵਿੱਚ ਬੋਲਣਾ, ਭਾਵ ਮਰਿਆਦਾ 'ਚ ਬੋਲਣਾ, ਥੋੜ੍ਹਾ ਬੋਲਣਾ, ਜ਼ਿਆਦਾ ਨਹੀਂ ਬੋਲਣਾ, ਸੰਜਮ ਦੇ ਵਿੱਚ ਜੀਵਨ ਦੇ ਸਾਰੀਆਂ ਕਿਰਿਆਵਾਂ ਕਰਨੀਆਂ ਨੇ। ਤੁਮ ਖੰਡੇ, ਤੂੰ ਉਹਨੂੰ ਖੰਡ ਕਰ ਦੇਣਾ। ਖੰਡੇ ਦਾ ਅਰਥ ਹੁੰਦਾ ਹੈ ਖੰਡਨ ਕਰਨਾ। ਤੂੰ ਉਹਨੂੰ ਰਹਿਣ ਨਹੀਂ ਦਿੰਦਾ, ਉਹਦੇ ਜਪ ਨੂੰ ਵੀ ਖੰਡਨ ਕਰ ਦਿੰਦਾ ਹੈ, ਉਹਦੇ ਤਪ ਨੂੰ ਵੀ ਖੰਡਨ ਕਰ ਦਿੰਦਾ ਤੇ ਉਹਦੇ ਸੰਜਮ ਨੂੰ ਵੀ ਤੂੰ ਖੰਡਨ ਕਰ ਦੇਣਾ ਹੈ। ਜੰਮ ਕੇ ਦੁੱਖ ਡਾਂਡ, ਜੰਮ ਕੇ ਜਾਮੇ ਜਿਹੜਾ ਉਹਦੇ ਜਿਹੜੇ ਦੁੱਖਾਂ ਦੇ ਡੰਡੇ ਸਾਨੂੰ ਪੈਂਦੇ ਨੇ ਨਾ, ਇਹ ਤੇਰੇ ਕਾਰਨ ਕਰਕੇ ਪੈਂਦੇ ਨੇ। ਜਪ ਤਪ ਸੰਜਮ ਇਹ ਨਿਯਮ ਨੇ ਜਿਨ੍ਹਾਂ ਦੇ ਨਾਲ ਅਸੀਂ ਜਮਾਂ ਦੇ ਡੰਡਿਆਂ ਤੋਂ ਬਚ ਸਕਦੇ ਹਾਂ। ਪਰ ਇਹ ਮਨ ਕਰਦਾ ਕਿ ਇਹ ਇਹਨਾਂ ਤਿੰਨਾਂ ਨਿਯਮਾਂ ਨੂੰ ਤੋੜ ਦਿੰਦਾ, ਖੰਡ ਖੰਡ ਕਰ ਦਿੰਦਾ, ਸਿਰੇ ਨਹੀਂ ਲੱਗਣ ਦਿੰਦਾ। ਜੰਮ ਕੇ ਦੁੱਖ ਡਾਂਡ, ਡਾਂਡ ਦਾ ਅਰਥ ਹੈ ਡੰਡਾ। ਹੁਣ ਜੰਮ ਦੇ ਡੰਡੇ ਕਿਹੜੇ ਨੇ? ਦੁੱਖ ਦੇ। ਜੰਮ ਸਾਨੂੰ ਜਦੋਂ ਦੁੱਖ ਦਿੰਦਾ, ਆਪਾਂ ਕਹਿ ਦਿੰਦੇ ਨਾ ਪਰਮਾਤਮਾ ਵੀ ਡਾਂਗ ਮਾਰਦਾ, ਪਰ ਉਹਦੀ ਡਾਂਗ ਹੈ ਜਿਹੜੀ ਉਹਦੀ ਆਵਾਜ਼ ਨਹੀਂ ਆਉਂਦੀ ਤੇ ਦਿਸਦੀ ਵੀ ਨਹੀਂ। ਹੁਣ ਜਮਾਂ ਦੇ ਜਿਹੜੇ ਡੰਡੇ ਨੇ ਇਹ ਵੀ ਨਹੀਂ ਦਿਸਦੇ ਤੇ ਇਹਨਾਂ ਦੀ ਆਵਾਜ਼ ਵੀ ਨਹੀਂ ਆਉਂਦੀ, ਪਰ ਜਦੋਂ ਸਾਡੇ ਸਰੀਰ ਨੂੰ ਆਣ ਕੇ ਉਸ ਗੁਨਾਹ ਦਾ ਦੁੱਖ ਲੱਗਦਾ, ਫਿਰ ਸਾਨੂੰ ਪਤਾ ਲੱਗਦਾ, ਸਾਡੇ ਘਰਦਿਆਂ ਨੂੰ ਜਾਂ ਗੁਆਂਢੀਆਂ ਨੂੰ ਜਾਂ ਹੋਰ ਨੂੰ ਪਤਾ ਲੱਗੇ ਨਾ ਲੱਗੇ, ਸਾਨੂੰ ਜ਼ਰੂਰ ਪਤਾ ਲੱਗ ਜਾਂਦਾ ਹੈ ਵੀ ਅਸੀਂ ਆਹ ਗੁਨਾਹ ਕੀਤਾ ਸੀ ਤੇ ਇਹਦੀ ਸਜ਼ਾ ਆ ਮਿਲੀ ਹੈ। ਕਿਉਂਕਿ ਉਸ ਪ੍ਰਭੂ ਪਰਮਾਤਮਾ ਦੇ ਜਿਹੜੇ ਨਿਯਮ ਨੇ ਨਾ, ਇਹ ਉਧਾਰ ਵਾਲੇ ਨਹੀਂ ਹੈਗੇ, ਇਹ ਨਗਦੋ ਨਗਦੀ ਨੇ। ਅਹੇ ਕਰ ਕਰੇ ਸੋ ਅਹੇ ਕਰ ਪਾਏ। ਜਿਵੇਂ ਕੋਈ ਕਰਦਾ ਉਸ ਤਰ੍ਹਾਂ ਦਾ ਉਹਨੂੰ ਭੋਗਣਾ ਪੈਂਦਾ ਹੈ। ਤੇ ਜਿਹੜੇ ਸਾਨੂੰ ਝਾਸੇ ਦਿੱਤੇ ਨੇ ਨਾ ਉਧਾਰ ਵਾਲੇ, ਉਹ ਇੱਥੇ ਨਹੀਂ ਹੈਗੇ। ਹੁਣ ਧੰਨ ਗੁਰੂ ਅਰਜਨ ਦੇਵ ਜੀ ਰਹਿਮਤ ਕਰਦੇ ਨੇ, ਹੇ ਮਨਾ ਤੇਰਾ ਜਿਹੜਾ ਵਿਸ਼ਵਾਸ ਹੈ ਨਾ ਕਰਨਾ, ਇਹ ਠੀਕ ਨਹੀਂ, ਇਹ ਯੋਗ ਨਹੀਂ, ਕਿਉਂਕਿ ਤੂੰ ਇਸ ਤਰ੍ਹਾਂ ਦਾ ਖੁਟਹਰ ਹੈ, ਇਸ ਤਰ੍ਹਾਂ ਦਾ ਨਕੰਮਾ ਹੈ। ਤੂੰ ਜਪ ਕਰਨ ਵਾਲਿਆਂ ਦਾ ਜਪ ਬਿਰਤੀ ਤੋਂ ਮਨ ਉਖੇੜ ਦੇਣਾ, ਤਪ ਕਰਨ ਵਾਲਿਆਂ ਦਾ ਸੇਵਾ ਦੇ ਵਿੱਚ ਲੱਗਿਆ ਹੋਇਆਂ ਦਾ ਸੇਵਾ ਤੋਂ ਮਨ ਉਖੇੜ ਦੇਣਾ। ਤੇ ਜਿਨ੍ਹਾਂ ਨੇ ਮਰਿਆਦਾ ਬਣਾਈ ਹੈ ਵੀ ਅਸੀਂ ਸੰਜਮ ਦੇ ਵਿੱਚ ਰਹਿਣਾ, ਨਿਯਮ ਦੇ ਵਿੱਚ ਬੋਲਣਾ, ਨਿਯਮ ਦੇ ਵਿੱਚ ਤੁਰਨਾ ਫਿਰਨਾ ਹੈ, ਸਾਰੀ ਮਰਿਆਦਾ ਜਿਹੜੀ ਜਿਨ੍ਹਾਂ ਨੇ ਸੈਲਫ ਕੰਟਰੋਲ ਰੱਖ ਕੇ ਬਣਾਈ ਉਹ ਵੀ ਸਿਰੇ ਨਹੀਂ ਚੜ੍ਹਨ ਦਿੰਦਾ, ਉਸ ਨੂੰ ਵੀ ਤੋੜ ਦੇਣਾ, ਨਾਸ ਕਰ ਦੇਣਾ। ਤੇ ਜਮਾਂ ਦੇ ਜੋ ਡੰਡੇ ਨੇ, ਇਹ ਤੇਰੀ ਵਜ੍ਹਾ, ਤੇਰੇ ਕਾਰਨ ਦੇ ਨਾਲ ਇਹ ਸਰੀਰ ਨੂੰ ਦੁੱਖ ਸਹਾਰਨਾ ਪੈਂਦਾ ਹੈ ਜੀ। ਸਿਮਰੈ ਨਾਹੀ ਜੋ ਦੁਖ ਨਿਰਲਜੇ ਭਾਂਡ। ਧੰਨ ਗੁਰੂ ਅਰਜਨ ਦੇਵ ਜੀ ਰਹਿਮਤ ਕਰਦੇ ਨੇ, ਜਿਹੜੇ ਪਾਸੇ ਲੱਗਣਾ ਉਸ ਪਾਸੇ ਤੂੰ ਨਹੀਂ ਲੱਗਦਾ। ਪ੍ਰਭੂ ਪਰਮਾਤਮਾ ਦਾ ਜਿਹੜਾ ਸਿਮਰਨ ਕਰਨਾ ਹੈ, ਨਾਮ ਜਪਣਾ ਹੈ, ਜਿਹਦੇ ਨਾਲ ਤੈਨੂੰ ਜੂਨਾ ਦਾ ਦੁੱਖ ਨਾ ਮਿਲੇ, ਉਸ ਪਾਸੇ ਤੂੰ ਨਹੀਂ ਲੱਗਦਾ। ਸਿਮਰੇ ਨਹੀਂ, ਤੂੰ ਸਿਮਰਨ ਨਹੀਂ ਕਰਦਾ। ਜੂਨ ਜੂਨੀਆਂ ਤੋਂ ਬਚਣ ਦੇ ਲਈ ਪ੍ਰਭੂ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ। ਦੁੱਖ ਇਹ ਫਿਰ ਤੈਨੂੰ ਜੂਨੀਆਂ ਦਾ ਦੁੱਖ ਲੱਗਦਾ। ਨਿਰਲੱਜੇ ਭਾਂਡ, ਨਿਰਲੱਜੇ ਕਹਿੰਦੇ ਨੇ ਬੇਸ਼ਰਮ ਨੂੰ, ਜਿਹਨੂੰ ਲੱਜਿਆ ਨਾ ਹੋਵੇ। ਤੂੰ ਇਤਨਾ ਬੇਸ਼ਰਮ ਹੈ, ਬੇਲੱਜਿਆ ਹੈ ਕਿ ਵਾਰੀ ਵਾਰੀ ਉਸੇ ਕੰਮ ਨੂੰ ਫਿਰ ਕਰਦਾ। ਜੋ ਗਲਤ ਹੈ, ਗਲਤ ਦਾ ਗੁਨਾਹ ਜਿਹੜਾ ਉਹ ਮਿਲ ਜਾਂਦਾ ਤੇ ਦੁਬਾਰੇ ਫਿਰ ਉਸ ਗਲਤੀ ਨੂੰ ਕਰੇ, ਉਹਨੂੰ ਨਿਰਲੱਜ ਆਖਿਆ ਜਾਂਦਾ ਵੀ ਇਹਨੂੰ ਸ਼ਰਮ ਹੀ ਨਹੀਂ ਰਹੀ। ਵਾਰੀ ਵਾਰੀ ਜਿਹੜਾ ਇੱਕੋ ਗੁਨਾਹ ਕਰੀ ਜਾਂਦਾ ਹੈ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਹੇ ਮੇਰਿਆ ਮਨਾ ਤੂੰ ਸਿਮਰਨ ਵਾਲੇ ਪਾਸੇ ਨਹੀਂ ਲੱਗਦਾ, ਜਿਸ ਕਰਕੇ ਤੈਨੂੰ ਜੋਨੀਆਂ ਦਾ ਜਿਹੜਾ ਦੁੱਖ ਹੈ ਉਹ ਸਹਾਰਨਾ ਪੈਂਦਾ ਹੈ।
ਤੇ ਤੂੰ ਵਾਰੀ ਵਾਰੀ ਇਹੀ ਕਰਮ ਕਰਦਾ ਹੈ, ਭਾਵ ਵਾਰੀ ਵਾਰੀ ਬੁਰਾਈਆਂ ਕੁਟਹਰੀ ਕਰੀ ਜਾਂਦਾ ਹੈ। ਇਤਨਾ ਬੇਸ਼ਰਮ ਤੂੰ ਭਾਂਡਾ ਬਣਿਆ ਹੋਇਆ ਹੈ ਜੀ। ਹਰ ਸੰਗ ਸਹਾਈ ਮਹਾਮੀਤ, ਤਿਸ ਸਿਉ ਤੇਰਾ ਭੇਦ। ਭੇਦ ਦਾ ਅਰਥ ਇੱਥੇ ਆ ਵਖਰੇਵਾਂ ਰੱਖਣਾ। ਭੇਦ ਦਾ ਅਰਥ ਹੈ ਭੇਦ ਭਾਵ ਬਣਾ ਕੇ ਰੱਖਣਾ। ਭੇਦ ਦਾ ਅਰਥ ਹੈ ਪਰਾਇਆ ਸਮਝਣਾ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਹਰ ਸੰਗ ਸਹਾਈ ਹਰੀ ਅਕਾਲ ਪੁਰਖ ਵਾਹਿਗੁਰੂ ਤੇਰਾ ਸੰਗੀ ਹੈ ਤੇ ਤੇਰੀ ਸਹਾਇਤਾ ਕਰਨ ਵਾਲਾ ਹੈ। ਸਹਾਈ ਦਾ ਅਰਥ ਹੈ ਮਦਦਗਾਰ, ਸਹਾਇਤਾ ਕਰਨ ਵਾਲਾ। ਹਰ ਸੰਗ ਸਹਾਈ ਹਰੀ ਪਰਮਾਤਮਾ ਤੇਰਾ ਸੰਗੀ ਹੈ ਤੇ ਤੇਰੀ ਸਹਾਇਤਾ ਕਰਨ ਵਾਲਾ ਹੈ, ਤੇਰੀ ਮਦਦ ਕਰਨ ਵਾਲਾ ਹੈ। ਮਹਾਮੀਤ, ਇਹ ਸਭ ਤੋਂ ਵੱਡਾ ਤੇਰਾ ਮਿੱਤਰ ਹੈ। ਤਿਸ ਚੋਂ ਤੇਰਾ ਭੇਦ, ਇਸ ਮਨ ਦੇ ਨਾਲ, ਹੇ ਮੇਰਾ ਮਨਾ, ਉਸ ਪ੍ਰਭੂ ਪਰਮਾਤਮਾ ਦੇ ਨਾਲ ਤੂੰ ਭੇਦ ਭਾਵ ਕਰੀ ਬੈਠਾ ਹੈ, ਉਹਦੇ ਨਾਲ ਵਖਰੇਵਾਂ ਕਰੀ ਬੈਠਾ ਹੈ। ਜਿਵੇਂ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ, ਸੰਤਾਂ ਨਾਲ ਧੋਖ ਮਾਮਦੇ, ਦੁਸ਼ਟਾਂ ਨਾਲ ਮੋਹ ਪਿਆਰ। ਮੈਂ ਥੋੜਾ ਜਿਹਾ ਧੋਖ ਭੁੱਲ ਗਿਆ। ਇਹਦਾ ਅਰਥ ਹੈ ਵੀ ਜਿਹੜੇ ਦੁਸ਼ਟ ਨੇ ਨਾ, ਉਹਨਾਂ ਦੇ ਨਾਲ ਤਾਂ ਚੰਗਾ ਸਾਡਾ ਬਹਿਣਾ ਉੱਠਣਾ ਹੈ, ਤੇ ਜਿਹੜੇ ਸੰਤ ਨੇ ਜਿੱਥੋਂ ਸਾਨੂੰ ਗਿਆਨ ਦੀ ਪ੍ਰਾਪਤੀ ਹੋਣੀ ਹੈ ਗੁਰੂ ਤੋਂ, ਉੱਥੇ ਅਸੀਂ ਭੇਦ ਭਾਵ ਰੱਖ ਲੈਂਦੇ ਹਾਂ। ਤਿਸੋ ਤੇਰਾ ਭੇਦ, ਧੰਨ ਗੁਰਬਾਣੀ, ਇਹ ਤੇਰਾ ਆਸਰਾ, ਇਹ ਸਾਡਾ ਮਿੱਤਰ ਹੈ, ਇਹ ਤੇਰਾ ਸੰਗੀ ਹੈ। ਗੁਰਬਾਣੀ ਦੇ ਨਾਲ ਤੂੰ ਭੇਦ ਭਾਵ ਰੱਖਦਾ, ਗੁਰੂ ਦੇ ਨਾਲ ਤੂੰ ਭੇਦ ਭਾਵ ਰੱਖਦਾ, ਭਾਵ ਗੁਰੂ ਦੇ ਨਾਲ ਤੂੰ ਪ੍ਰੀਤ ਲਾ ਕੇ ਨਹੀਂ ਰਹਿੰਦਾ ਹੈ ਜੀ। ਬੀਤਾ ਪੰਚ ਬਟਵਾਰੀ, ਉਪਜਿ ਮਹਾ ਖੇਦ। ਖੇਦ ਕਹਿੰਦੇ ਨੇ ਦੁੱਖ ਨੂੰ, ਤੇ ਪੰਜ ਕਹਿੰਦੇ ਨੇ ਪੰਜਾਂ ਨੂੰ, ਬਟਵਾਰੀ ਕਹਿੰਦੇ ਨੇ ਜੋ ਰਸਤੇ ਦੇ ਵਿੱਚ ਜਾਂਦਿਆਂ ਨੂੰ ਲੁੱਟ ਲੈਣ ਵਾਲੇ ਹੋਣ। ਬੀਦਾ ਦਾ ਅਰਥ ਹੈ ਵਿੰਨਿਆ ਹੋਇਆ ਹੈ। ਬੀਦਾ ਪੰਜ ਬਟਵਾਰੀ, ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਦੋਂ ਅਸੀਂ ਗੁਰੂ ਮਾਰਗ ਤੇ ਤੁਰਦੇ ਹਾਂ, ਪਰਮਾਤਮਾ ਦੇ ਵਾਲੇ ਪਾਸੇ ਤੁਰਦੇ ਹਾਂ, ਇਸ ਰਸਤੇ ਤੇ ਸਾਨੂੰ ਜਾਂਦਿਆਂ ਨੂੰ ਲੁੱਟਣ ਵਾਲੇ ਪੰਜ ਵਿਕਾਰ ਨੇ, ਤੇ ਇਹ ਮਨ ਜਿਹੜਾ ਇਹ ਇਹਨਾਂ ਦੇ ਵਿੱਚ ਵਿੰਨਿਆ ਹੋਇਆ ਹੈ। ਭਾਵ ਮਨ ਜਿਹੜਾ ਇਹ ਵਿਕਾਰਾਂ ਦਾ ਸਾਥੀ ਬਣਿਆ ਹੋਇਆ, ਇਹਨਾਂ ਨੂੰ ਛੱਡ ਨਹੀਂ ਰਿਹਾ। ਉਪਜੋ ਮਹਾ ਖੇਦ, ਇਸ ਦੇ ਨਾਲ ਇਸ ਨੂੰ ਬਹੁਤ ਵੱਡਾ ਦੁੱਖ ਹੈ ਜਿਹੜਾ ਉਹ ਪੈਦਾ ਹੁੰਦਾ ਹੈ। ਮਨ ਦੇ ਲਈ ਸਭ ਤੋਂ ਵੱਡਾ ਦੁੱਖ ਹੈ ਜਿਹੜਾ ਇਹ ਵਿਕਾਰ ਨੇ, ਤੇ ਮਨ ਨੂੰ ਸਮਝ ਨਹੀਂ ਆਉਂਦੀ, ਇਹਨਾਂ ਵਿਕਾਰਾਂ ਦੇ ਵਿੱਚ ਵਿੰਨਿਆ ਹੋਇਆ ਹੈ। ਤੇ ਇਹ ਵਿਕਾਰ ਨੇ ਜਿਹੜੇ ਇਹ ਰਸਤੇ ਤੇ ਤੁਰਨ ਵਾਲਿਆਂ ਨੂੰ ਲੁੱਟ ਲੈਣ ਵਾਲੇ ਨੇ। ਜਿਸ ਕਰਕੇ ਇਹ ਮਨਿਆ ਉਪਜੋ ਮਹਾ ਖੇਦ, ਇਹ ਸਭ ਤੋਂ ਵੱਡਾ ਤੈਨੂੰ ਦੁੱਖ ਮਿਲਿਆ ਹੈ ਜੀ। ਨਾਨਕ ਤਿਨ ਸੰਤਨ ਸਰਣਾਗਤੀ, ਜਿਨ ਮਨ ਵਸ ਕੀਨਾ। ਧੰਨ ਗੁਰੂ ਸੱਚੇ ਸਤਿਗੁਰ ਗੁਰੂ ਅਰਜਨ ਦੇਵ ਜੀ ਰਹਿਮਤ ਕਰਦੇ ਨੇ, ਜਿਨ ਮਨ ਵਸ ਕੀਨਾ, ਜਿਨ੍ਹਾਂ ਨੇ ਮਨ ਨੂੰ ਵਸ ਦੇ ਵਿੱਚ ਕਰ ਲਿਆ ਹੈ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਈ। ਇਹ ਐਵੇਂ ਨਹੀਂ ਵਸ ਵਿੱਚ ਆਉਂਦਾ। ਜਦੋਂ ਗੁਰੂ ਦੀ ਪੂਰੀ ਕਿਰਪਾ ਹੋ ਜਾਂਦੀ ਹੈ ਨਾ, ਸੱਚੇ ਸਤਿਗੁਰ ਦੀ ਰਹਿਮਤ ਹੁੰਦੀ ਹੈ, ਤੇ ਫਿਰ ਮਨ ਜਿਹੜਾ ਹੈ ਇਹ ਵਸ ਦੇ ਵਿੱਚ ਆਉਂਦਾ ਹੈ। ਜਿਨ ਮਨ ਵਸ ਕੀਨਾ, ਜਿਹੜੇ ਗੁਰਮੁਖ ਪਿਆਰਿਆਂ ਨੇ ਗੁਰੂ ਮਾਰਗ ਤੇ ਤੁਰ ਕੇ ਗੁਰੂ ਜੀ ਦੇ ਮੰਤਰ, ਗੁਰ ਮੰਤਰ ਦੇ ਨਾਲ ਜੁੜ ਕੇ, ਨਾਮ ਬਾਣੀ ਸਿਮਰਨ ਦੇ ਨਾਲ ਜੁੜ ਕੇ ਇਸ ਮਨ ਨੂੰ ਵਸ ਦੇ ਵਿੱਚ ਕਰ ਲਿਆ ਹੈ। ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਨਾਨਕ ਤਿਨ ਸੰਤਨ ਸਰਨਾਗਤੀ, ਉਹ ਸੰਤ ਮਹਾਂਪੁਰਸ਼ ਨੇ ਜਿਹੜੇ ਅਸੀਂ ਉਹਨਾਂ ਦੀ ਸ਼ਰਨ ਦੇ ਵਿੱਚ ਹਾਂ। ਸਰਨਾਗਤੀ ਦਾ ਅਰਥ ਹੈ ਸ਼ਰਨ ਦੇ ਵਿੱਚ ਆਉਣਾ। ਉਹਨਾਂ ਦੀ ਸ਼ਰਨ ਦੇ ਵਿੱਚ ਸਾਨੂੰ ਚਲੇ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਵਸ ਵਿੱਚ ਕਰਕੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਹੈ ਜੀ। ਧੰਨ ਧੰਨ ਸਰਵ ਸਿਆਪਣਾ, ਪ੍ਰਭ ਜਨ ਕੋ ਦੀਨਾ। ਤੇ ਜਿਨ੍ਹਾਂ ਨੇ ਮਨ ਨੂੰ ਵਸ ਦੇ ਵਿੱਚ ਕਰ ਲਿਆ ਪ੍ਰਭੂ ਪਰਮਾਤਮਾ, ਫਿਰ ਉਹਨਾਂ ਨੂੰ ਦਾਤਾਂ ਕਿਹੜੀਆਂ ਦਿੰਦਾ ਹੈ? ਤਨ ਧਨ ਸਰਬਸ ਆਪਣਾ। ਪ੍ਰਭੂ ਪਰਮਾਤਮਾ ਆਪਣਾ ਤਨ ਵੀ, ਆਪਣਾ ਧਨ ਵੀ, ਆਪਣਾ ਸਾਰਾ ਕੁਝ। ਸਰਬਸ ਦਾ ਅਰਥ ਹੈ ਸਾਰਾ ਕੁਝ ਆਪਣਾ। ਪ੍ਰਭ ਜਨ ਕੋ ਦੀਨਾ, ਉਸ ਦਾਸ ਨੂੰ ਪ੍ਰਭੂ ਪਰਮਾਤਮਾ ਆਪਣੀ ਸਾਰੀ ਦੌਲਤ ਜਿਹੜੀ ਇਹ ਸੌਂਪ ਦਿੰਦਾ ਹੈ। ਆਖਰੀ ਪੌੜੀ ਦੀਆਂ ਦੋ ਤੁਕਾਂ ਨੇ, ਇਹਨਾਂ ਨੂੰ ਆਪਾਂ ਫਿਰ ਥੋੜ੍ਹਾ ਜਿਹਾ ਵਿਚਾਰਾਂਗੇ। ਧੰਨ ਗੁਰੂ ਜੀ ਨੇ ਰਹਿਮਤ ਕੀਤੀ ਹੈ। ਨਾਨਕ ਤਿਨ ਸੰਤਨ ਸਰਨਾਗਤੀ, ਸੰਤ ਦਾ ਬਹੁਵਚਨ ਸੰਤਨ ਹੈ। ਸੱਚੇ ਸਤਿਗੁਰ ਕਿਰਪਾ ਕਰਦੇ ਨੇ ਅਸੀਂ ਉਹਦੀ ਸ਼ਰਨ ਦੇ ਵਿੱਚ ਰਹੀਏ। ਜਿਨ ਮਨ ਵਸ ਕੀਨਾ, ਜਿਹੜੇ ਗੁਰਮੁਖ ਪਿਆਰੇ ਨੇ ਆਪਣਾ ਮਨ ਵਸ ਦੇ ਵਿੱਚ ਕਰ ਲਿਆ ਹੈ,
ਤੇ ਜਿਹਨੇ ਆਪਣਾ ਮਨ ਵਸ ਵਿੱਚ ਕਰ ਲਿਆ ਪ੍ਰਭੂ ਪਰਮਾਤਮਾ ਤੋਂ, ਫਿਰ ਉਹਨੂੰ ਪ੍ਰਾਪਤ ਕੀ ਹੁੰਦਾ ਹੈ? ਤਨ ਧਨ ਸਰਬਸ ਆਪਣਾ। ਪ੍ਰਭੂ ਪਰਮਾਤਮਾ ਨੇ ਆਪਣਾ ਤਨ ਧਨ ਸਾਰਾ ਕੁਝ ਹੀ, ਸਰਬਸ ਦਾ ਅਰਥ ਹੈ ਸਾਰਾ ਕੁਝ ਹੀ, ਕੁਝ ਵੀ ਪਿੱਛੇ ਨਹੀਂ ਉਹਦੇ ਤੋਂ ਲੁਕਾ ਕੇ ਰੱਖਿਆ। ਪ੍ਰਭ ਜਨ ਕੋ ਦੀਨਾ, ਪ੍ਰਭੂ ਪਰਮਾਤਮਾ ਨੇ ਜਨ ਉਸ ਦਾਸ ਨੂੰ, ਉਸ ਸੇਵਕ ਨੂੰ ਇਹ ਦੌਲਤ ਜਿਹੜੀ ਇਹ ਦੇ ਦਿੱਤੀ ਏ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ, ਸਾਡਾ ਮਨ ਜਿਹੜਾ ਇਹ ਵੀ ਵਸ ਦੇ ਵਿੱਚ ਆਵੇ। ਤੇ ਮਨ ਜਿਹੜਾ ਇਹ ਵਸ ਦੇ ਵਿੱਚ ਭਾਈ ਤਾਂ ਆਵੇਗਾ ਜੇ ਅਸੀਂ ਯਤਨ ਕਰਾਂਗੇ। ਧੰਨ ਗੁਰੂ ਦਸਵੇਂ ਪਾਤਸ਼ਾਹ ਦਾ ਫਰਮਾਨ ਹੈ, ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਲੜੇ ਜੰਗ। ਇੱਥੇ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਨਹੀਂ ਆਖਿਆ ਵੀ ਤੁਸੀਂ ਰੋਜ਼ ਹੀ ਇੱਕ ਦੂਜੇ ਦੇ ਨਾਲ ਲੜੀ ਜਾਣਾ ਹੈ, ਨਹੀਂ। ਗੁਰੂ ਜੀ ਨੇ ਆਖਿਆ ਅੰਮ੍ਰਿਤ ਵੇਲੇ ਉੱਠਣ ਸਾਰ ਸਾਡਾ ਯੁੱਧ ਜਿਹੜਾ ਇਹ ਮਨ ਦੇ ਨਾਲ ਲੱਗੇ ਹੋਇਆ ਹੈ। ਸਰੀਰ ਮੈਦਾਨ ਹੈ ਤੇ ਮਨ ਜਿਹੜਾ ਹੈ ਇਹਦੇ ਨਾਲ ਸਾਡਾ ਯੁੱਧ ਹੈ। ਮਨ ਨੂੰ ਅਸੀਂ ਸਿਮਰਨ ਦੇ ਵਿੱਚ ਲਾਣਾ ਹੈ ਤੇ ਮਨ ਜਿਹੜਾ ਇਹਨੇ ਸਿਮਰਨ ਦੇ ਵਿੱਚ ਨਹੀਂ ਲੱਗਣਾ। ਜਿਸ ਨੇ ਮਨ ਨੂੰ ਵਸ ਦੇ ਵਿੱਚ ਕਰਕੇ ਸਿਮਰਨ ਤੇ ਸੇਵਾ ਦੇ ਵਿੱਚ ਲਾ ਲਿਆ, ਉਸ ਨੇ ਮਨ ਨੂੰ ਜਿੱਤ ਲਿਆ, ਉਸ ਨੇ ਇਸ ਯੁੱਧ ਨੂੰ ਜਿੱਤ ਲਿਆ ਹੈ। ਮਨ ਜੀਤੇ ਜਗ ਜੀਤ, ਇਸ ਤਰ੍ਹਾਂ ਦੇ ਗੁਰਬਾਣੀ ਦੇ ਅੰਦਰ ਬੜੇ ਪ੍ਰਮਾਣ ਮਿਲਦੇ ਨੇ। ਜਿਸ ਨੇ ਮਨ ਜਿੱਤ ਲਿਆ ਨਾ, ਉਹਨੇ ਜਗ ਨੂੰ ਦਾ ਨਹੀਂ ਹੈਗਾ ਵੀ ਸਾਰੇ ਦੁਨੀਆ ਦਾ ਜਿਹੜਾ ਰਾਜ ਹੈ ਉਹ ਮਿਲ ਗਿਆ, ਨਹੀਂ। ਜਿਹੜਾ ਮਨ ਨੂੰ ਜਿੱਤਣਾ ਤੇ ਜਗ ਨੂੰ ਜਿੱਤਣਾ ਹੈ, ਭਾਵ ਉਸ ਦੇ ਅੰਦਰ ਜਗਤ ਦੀ ਕੋਈ ਵੀ ਜਿਹੜੀ ਇੱਛਾ ਹੈ ਨਾ ਉਹ ਪੈਦਾ ਹੀ ਨਹੀਂ ਹੁੰਦੀ। ਸੰਸਾਰ ਦੇ ਵਿੱਚ ਜੋ ਪਦਾਰਥਾਂ ਦੀ ਇੱਛਾ ਹੈ ਜਾਂ ਸੰਸਾਰ ਦੇ ਵਿੱਚ ਹੋਰ ਅਨੇਕ ਪ੍ਰਕਾਰ ਦੀਆਂ ਜੋ ਇੱਛਾਵਾਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਉਸ ਦੀਆਂ ਨਾਸ ਹੋ ਜਾਂਦੀਆਂ ਨੇ ਜਿਨਨੇ ਮਨ ਨੂੰ ਜਿੱਤ ਲਿਆ। ਮਨ ਦਾ ਜਿੱਤਣਾ ਹੀ ਇਹ ਹੈ ਕਿ ਮਨ ਦੇ ਵਿੱਚ ਕੋਈ ਇੱਛਾ ਨਾ ਆਵੇ। ਫਕੀਰ ਬੈਠੇ ਸਨ ਤੇ ਦੇਵਤੇ ਜਿਹੜੇ ਸਨ ਇਹ ਗਮਨ ਕਰ ਰਹੇ ਸਨ, ਭਜਨ ਬੰਦਗੀ ਸਿਮਰਨ ਦੇ ਵਿੱਚ ਲੱਗੇ ਹੋਏ ਨੇ। ਜਿਹੜੀ ਵਾਈਬ੍ਰੇਸ਼ਨ ਹੈ ਬੜੀ ਸ਼ੁੱਧ ਪਵਿੱਤਰ ਬਣੀ ਹੋਈ ਹੈ, ਨਾਮ ਦੀ ਸੁਗੰਧੀ ਆ ਰਹੀ ਹੈ। ਤੇ ਦੇਵਤਿਆਂ ਨੇ ਆਖਿਆ ਇੱਥੋਂ ਬੜੀ ਨਾਮ ਦੀ ਸੁਗੰਧੀ ਆ ਰਹੀ ਹੈ, ਚਲੋ ਇਸ ਸੰਤ ਦੇ ਦਰਸ਼ਨ ਹੀ ਕਰ ਲਈਏ। ਜਦੋਂ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਤੇ ਮਨ ਬੜਾ ਖੁਸ਼ ਹੋਇਆ ਤੇ ਮਨ ਦੇ ਵਿੱਚ ਖਿਆਲ ਆ ਗਿਆ ਵੀ ਚਲੋ ਇਸ ਸੰਤ ਮਹਾਤਮਾ ਦੀ ਕੋਈ ਇੱਛਾ ਹੋਵੇ ਨਾ ਤੇ ਆਪਾਂ ਪੂਰੀ ਕਰ ਦਈਏ। ਸੰਤ ਨੂੰ ਪੁੱਛਿਆ ਗਿਆ, ਸੰਤ ਜੀ ਤੁਹਾਡੀ ਕੋਈ ਇੱਛਾ ਹੋਵੇ ਤੇ ਸਾਨੂੰ ਦੱਸੋ, ਅਸੀਂ ਪੂਰੀ ਕਰ ਦਿੰਦੇ ਹਾਂ, ਅਸੀਂ ਦੇਵਤੇ ਹੁੰਦੇ ਹਾਂ। ਤੇ ਸੰਤ ਜੀ ਨੇ ਆਖਿਆ ਤੁਹਾਡੇ ਤੋਂ ਪੂਰੀ ਤਾਂ ਕੀਤੀ ਨਹੀਂ ਜਾਣੀ, ਇਸ ਕਰਕੇ ਤੁਸੀਂ ਚਲੇ ਜਾਓ। ਤੁਸੀਂ ਨਾ ਦੇ ਕੇ ਸ਼ਰਮਿੰਦੇ ਹੋਵੋਗੇ ਤੇ ਮੈਂ ਮੰਗ ਕੇ ਸ਼ਰਮਿੰਦਾ ਹੋਵਾਂਗਾ, ਆਪਾਂ ਦੋਵੇਂ ਸ਼ਰਮਿੰਦੇ ਹੋ ਜਾਵਾਂਗੇ। ਇਸ ਲਈ ਤੁਸੀਂ ਦੇਵਤੇ ਹੋ, ਮੈਂ ਤੁਹਾਡਾ ਸਤਿਕਾਰ ਕਰਦਾ, ਤੁਸੀਂ ਚਲੇ ਜਾਓ। ਦੇਵਤੇ ਜਿਹੜੇ ਸਨ ਉਹਨਾਂ ਨੂੰ ਬੜੀ ਠੇਸ ਪਹੁੰਚੀ ਵੀ ਅਸੀਂ ਦੇਵਤੇ ਹਾਂ, ਕੁਝ ਵੀ ਕਰ ਸਕਦੇ ਹਾਂ। ਤੇ ਵੇਖ ਇਹਨੇ ਸੰਤ ਨੇ ਸਾਨੂੰ ਤੁੱਛ ਸਮਝਿਆ। ਕਹਿੰਦੇ ਜੀ ਤੁਸੀਂ ਮੰਗ ਕੇ ਤਾਂ ਵੇਖੋ, ਨਾ ਮਿਲੀ ਤੇ ਫਿਰ ਗੱਲ ਕਰਾਂਗੇ। ਸੰਤ ਕਹਿੰਦਾ ਚੰਗਾ ਫਿਰ ਇਸ ਤਰ੍ਹਾਂ ਕਰੋ, ਮੇਰੇ ਮਨ ਦੇ ਵਿੱਚ ਕੋਈ ਇੱਛਾ ਹੀ ਨਾ ਰਵੇ। ਮੇਰਾ ਮਨ ਹੈ ਜਿਹੜਾ ਇਹਦੇ ਵਿੱਚ ਕੋਈ ਇੱਛਾ ਹੀ ਨਾ ਰਵੇ, ਇਹ ਮੇਰੇ ਤੇ ਕਿਰਪਾ ਕਰ ਦਿਓ। ਤੇ ਚੁੱਪ ਕਰਕੇ ਦੇਵਤੇ ਸਨ ਜਿਹੜੇ 9 ਤੋਂ 11 ਹੋ ਗਏ। ਇਸ ਤਰ੍ਹਾਂ ਮਨ ਦੇ ਵਿੱਚ ਜਦੋਂ ਕੋਈ ਇੱਛਾ ਹੀ ਨਾ ਰਵੇ, ਇਹ ਮਨ ਦਾ ਜਿੱਤਣਾ ਹੈ। ਮਨ ਜੀਤੇ ਜਗ ਜੀਤ, ਜਿਹਨੇ ਮਨ ਦੀਆਂ ਸਾਰੀਆਂ ਇੱਛਾਵਾਂ ਦੂਰ ਕਰ ਦਿੱਤੀਆਂ ਨੇ ਉਹ ਗੁਰਮੁਖ ਪਿਆਰੇ ਨੇ ਇਸ ਸੰਸਾਰ ਨੂੰ ਸਾਰੇ ਨੂੰ ਜਿੱਤ ਲਿਆ। ਭਾਵ ਸੰਸਾਰ ਦੀ ਕੋਈ ਇੱਛਾ ਹੀ ਨਹੀਂ ਰਹੀ ਤੇ ਫਿਰ ਆਪਾਂ ਸੰਸਾਰ ਤੋਂ ਲੈਣਾ ਕੀ ਹੈ। ਅਸੀਂ ਜੁੜੀ ਸੰਸਾਰ ਦੇ ਨਾਲ, ਇੱਛਾ ਦੇ ਨਾਲ ਆ। ਜਦੋਂ ਮਨ ਦੇ ਵਿੱਚ ਇੱਛਾ ਬਣ ਗਈ ਫਿਰ ਸੰਸਾਰ ਦੇ ਨਾਲ ਜੁੜ ਕੇ ਸੰਸਾਰੀ ਹੋ ਗਏ। ਜਦੋਂ ਨਿਰਇੱਛ ਹੋ ਗਿਆ ਫਿਰ ਨਿਰੰਕਾਰੀ ਹੋ ਗਏ। ਸੋ ਸੱਚੇ ਸਤਿਗੁਰ ਨੇ ਕਿਰਪਾ ਕੀਤੀ, ਅੱਜ ਦੇ ਪਾਵਨ ਸ਼ਬਦ ਦੇ ਨਾਲ ਸਾਨੂੰ ਇਹ ਸਮਝਾਇਆ ਵੀ ਜਿਹੜੀ ਧਰਮ ਦੀ ਸਾਧਨਾ ਇਹ ਮਨ ਦੀ ਸਾਧਨਾ ਹੈ। ਜਿਸ ਵੀ ਗੁਰਮੁਖ ਪਿਆਰੇ ਨੇ ਮਨ ਨੂੰ ਸਾਧ ਲਿਆ, ਉਹਨੇ ਆਪਣੇ ਧਰਮ ਨੂੰ ਸਾਧ ਲਿਆ, ਉਹ ਧਾਰਮਿਕ ਹੋ ਗਿਆ, ਉਹਦਾ ਜੀਵਨ ਧਾਰਮਿਕ ਹੈ। ਦੂਜੇ ਦਾ ਜੀਵਨ ਧਾਰਮਿਕ ਨਹੀਂ, ਜਿੰਦੇ ਤੋਂ ਮਨ ਨਹੀਂ ਸਾਧਿਆ ਗਿਆ। ਰਹੋ ਵਿਚਾਰ ਦਿਓ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ।